ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਭਗਤ ਵਸ਼ਲ ਕਰਨਾ ਨਿਧਾਨ ਗਿਆਨ ਦੇ ਮੁਜੱਸਮੇ ਸਰਬ ਸਾਂਝੀ ਵਾਲਤਾ ਦੇ ਰਹਿਬਰ ਗੁਰਤਾ ਗੱਦੀ ਦੇ ਤਖਤ ਤੇ ਸੁਭਾਏ ਮਾਨ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੀ ਹੋ ਸਤਿਗੁਰ ਜੀਆਂ ਦੇ ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਅੰਮ੍ਰਿਤ ਗੁਰਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਸੀ। ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਨਿਤਾ ਪ੍ਰਤੀ ਲੜੀਵਾਰ ਗੁਰ ਸ਼ਬਦ ਵਿਚਾਰ ਹੁੰਦੀ ਹੈ, ਪਰ ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਾਹਿਬ ਜੀਆਂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ। ਜਿੱਥੇ ਮਹਾਰਾਜ ਨੇ ਪਹਿਰਾਂ ਦੀ ਗੱਲ ਕੀਤੀ, ਥਿੱਤਾਂ ਦੀ ਗੱਲ ਕੀਤੀ ਹੈ, ਵਾਰਾਂ ਦੀ ਗੱਲ ਕੀਤੀ ਹੈ, ਔਰ ਉੱਥੇ ਸਤਿਗੁਰ ਜੀਆਂ ਨੇ ਮਾਹਾਂ ਦੀ 12 ਮਾਹਾਂ ਦੀ ਇੱਕ ਤੁਖਾਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ। ਤੇ ਇੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਾਝ ਰਾਗ ਦੇ ਅੰਦਰ 12 ਮਾਹਾਂ ਬਖਸ਼ਿਸ਼ ਕਰਦੇ ਹਨ। ਪਿਛਲਾ ਜਿਹੜਾ ਮਹੀਨਾ ਸੀ ਅੱਸੂ ਦਾ ਸੀ, ਸਰਦ ਰੁੱਤ ਦਾ ਦੂਸਰਾ ਮਹੀਨਾ ਕੱਤਕ ਦਾ ਮਹੀਨਾ ਮੰਨਿਆ ਗਿਆ ਹੈ। ਪਿਛਲੇ ਮਹੀਨੇ ਵਿੱਚ ਮਹਾਰਾਜ ਨੇ ਪ੍ਰੇਮ ਦੇ ਉਮਾਹੜੇ ਦੀ ਉਛਾਲੇ ਦੀ ਗੱਲ ਕੀਤੀ ਸੀ ਵੀ ਜਿਨ੍ਹਾਂ ਅੰਦਰ ਪ੍ਰੇਮ ਦਾ ਉਛਾਲਾ ਪੈਦਾ ਹੁੰਦਾ ਹੈ, ਉਹਨਾਂ ਅੰਦਰ ਮਿਲਣ ਦੀ ਪਿਆਸ ਪੈਦਾ ਹੋ ਜਾਂਦੀ ਹੈ, ਰੱਬ ਨੂੰ ਮਿਲਣ ਦੀ। ਮਾਰੇ ਕਹਿੰਦੇ ਰੱਬ ਨੂੰ ਮਿਲਣਾ ਹੈ ਤੇ ਗੁਰੂ ਸਹਾਈ ਹੁੰਦਾ ਹੈ, ਗੁਰੂ ਦੀ ਬਾਣੀ ਸਹਾਇਕ ਹੈ। ਜੇ ਪਤੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਨਾਲ ਜੁੜ ਜਾ, ਸ਼ਬਦ ਉਸ ਮਾਲਕ ਦੇ ਨਾਲ ਮਿਲਾ ਦੇਗਾ। ਤੇ ਜਿਨ੍ਹਾਂ ਨੇ ਇਹ ਪ੍ਰੇਮ ਦਾ ਰਸ ਚਖਣਾ ਕੀਤਾ ਹੈ, ਗੁਰੂ ਪਾਤਸ਼ਾਹ ਕਹਿੰਦੇ ਉਹ ਰੱਜ ਗਏ ਨੇ, ਉਹ ਤ੍ਰਿਪਤ ਹੋ ਗਏ ਹਨ। ਉਹਨਾਂ ਦੇ ਅੰਦਰੋਂ ਮੈਂ ਹਉਮੈ ਖਤਮ ਹੋ ਗਈ ਹੈ। ਤੇ ਸਾਹਿਬ ਜੀ ਕਹਿੰਦੇ ਅੱਜ ਦੇ ਮਹੀਨੇ ਦੁਆਰਾ ਸਤਿਗੁਰ ਜੀਆਂ ਨੇ ਕਿਰਪਾ ਕੀਤੀ ਹੈ ਕਿ ਜੋ ਜੀਵ ਕਰਮ ਕਰਦਾ ਹੈ, ਕਰਮ ਕੀਤੇ ਹਨ, ਮਾਰੇ ਕਹਿੰਦੇ ਕਰਮਾਂ ਦਾ ਫਲ ਜਿਹੜਾ ਹੈ ਇਸ ਨੂੰ ਉਹ ਵੀ ਭੁਗਤਣਾ ਪੈਂਦਾ, ਜੋ ਬੀਜਦਾ ਉਹਨੂੰ ਵੱਢਣਾ ਪੈਂਦਾ ਹੈ। ਸਤਿਗੁਰ ਜੀ ਕਹਿੰਦੇ ਇਹ ਤੋਂ ਭੱਜ ਨਹੀਂ ਸਕਦਾ, ਜੋ ਕਰਮ ਕਰੇਗਾ ਉਹ ਭੁਗਤਣਾ ਪਏਗਾ। ਸਾਰੇ ਰੋਗ ਆਪ ਬੈਠਦੇ ਹਨ, ਵਿਆਪਦੇ ਹਨ, ਜਿਹਨੂੰ ਪਰਮੇਸ਼ਰ ਭੁੱਲ ਗਿਆ ਹੋਵੇ, ਜਿਹਨੂੰ ਰੱਬ ਵਿਸਰ ਗਿਆ ਹੈ। ਸਤਿਗੁਰ ਜੀ ਕਹਿੰਦੇ ਜਿੰਨੇ ਭੋਗ ਖਿੰਨ ਵਿੱਚ ਕੋੜੇ ਹੋ ਜਾਂਦੇ ਨੇ, ਜਿਹੜਾ ਰੋਗੀ ਹੋਵੇ ਉਹਦੇ ਲਈ ਸੁੱਖ ਸਾਧਨ ਕਿਸੇ ਅਰਥ ਨਹੀਂ ਹੁੰਦੇ। ਤੇ ਮਾਰੇ ਕਹਿੰਦੇ ਜਿਹੜਾ ਵਿਕਾਰਾਂ ਨਾਲ ਰੋਗੀ ਹੋ ਗਿਆ ਹੈ ਨਾ, ਰੱਬ ਦੀ ਯਾਦ ਨੂੰ ਭੁਲਾ ਦਿੱਤਾ ਹੈ, ਬਾਕੀ ਜਿਹੜੇ ਸਾਧਨ ਉਹਦੇ ਲਈ ਕੋਈ ਅਰਥ। ਇਸ ਪਾਵਨ ਪੌੜੀ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਕਰਾ ਲੈਣ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਸੀਸ ਬਖਸ਼ਿਸ਼ ਕਰੋ।
ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਕਤਕ ਕਰਮ ਕਮਾਵਣੇ, ਦੋਸ ਨ ਕਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਭਾਈ ਜੋ ਕਰਮ ਕਰਦਾ ਹੈ, ਕਮਾਉਣਾ ਹੈ, ਇਹਦਾ ਕਿਸੇ ਹੋਰ ਤੇ ਦੋਸ਼ ਨਾ ਦਈ, ਕਿਉਂਕਿ ਇਹ ਬੰਦੇ ਦੀ ਫਿਤਰਤ ਹੈ। ਜੇ ਕੋਈ ਚੰਗਾ ਕਰਮ ਕਰੇਗਾ, ਭਲਾ ਕੰਮ ਕਰੇਗਾ ਜਾਂ ਨਤੀਜਾ ਚੰਗਾ ਨਿਕਲੇਗਾ ਤੇ ਉਹਦਾ ਸਿਹਰਾ ਆਪਣੇ ਆਪ ਨੂੰ ਦੇਗਾ ਵੀ ਮੈਂ ਕੀਤਾ ਹੈ, ਮੈਂ ਇਸ ਕੰਮ ਨੂੰ ਕਰਨ ਵਾਲਾ ਹਾਂ। ਮਹਾਰਾਜ ਕਹਿੰਦੇ ਜਦੋਂ ਮਾੜਾ ਕੰਮ ਆਉਂਦਾ ਹੈ, ਨਤੀਜਾ ਮਾੜਾ ਨਿਕਲਦਾ, ਫਿਰ ਕਹਿੰਦਾ ਮੈਂ ਨਹੀਂ ਕੀਤਾ ਇਹ ਕੰਮ। ਕੀਤਾ ਵੀ ਹੋਵੇ ਫਿਰ ਉਸ ਕੰਮ ਤੋਂ ਮੁੱਕਰ ਜਾਏਗਾ। ਸਾਹਿਬ ਜੀਆਂ ਨੇ, ਭਾਈ ਵੀਰ ਸਿੰਘ ਜੀਆਂ ਨੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਵੀ ਜਿਵੇਂ ਫਲ ਲੈਣਾ, ਫਲ ਹੋਵੇ ਜਿਹੜੇ ਸਵਾਦ ਹਨ, ਬੰਦਾ ਸਵਾਦ ਦੇ ਨਾਲ ਫਲਾਂ ਨੂੰ ਖਾਂਦਾ ਹੈ। ਅੰਗੂਰਾਂ ਦੀ ਬੇਲ ਲਾਈ ਤੇ ਕਹਿੰਦੇ ਅੰਗੂਰ ਹੋਏ, ਅੰਗੂਰ ਲੱਗੇ ਤੇ ਉਹਨਾਂ ਨੂੰ ਖਾਣਾ ਕੀਤਾ। ਪਰ ਇੱਕ ਬੰਦੇ ਨੇ ਉਹਨਾਂ ਅੰਗੂਰਾਂ ਤੋਂ ਸ਼ਰਾਬ ਬਣਾ ਲਈ, ਅੰਗੂਰਾਂ ਦੀ ਸ਼ਰਾਬ ਬਣਾਈ, ਤੇ ਜਿਹਨੇ ਸ਼ਰਾਬ ਪੀਤੀ, ਸ਼ਰਾਬ ਬਣਾ ਕੇ ਕਹਿੰਦੇ ਜਿਹਨੇ ਸ਼ਰਾਬ ਪੀਤੀ ਮੰਦੇ ਬੋਲ ਬੋਲਣ ਲੱਗ ਗਿਆ, ਸੁੱਧ ਬੁੱਧ ਉਹਨੂੰ ਭੁੱਲ ਗਈ, ਆਪਣਾ ਖਿਆਲ ਨਾ ਕੀਤਾ। ਜਿਹਨੂੰ ਸਾਹਿਬ ਜੀ ਕਹਿੰਦੇ ਇਤ ਮਦ ਪੀਤੇ ਨਾਨਕਾ ਬਹੁਤੇ ਖੱਟੀਏ ਵਿਕਾਰ। ਇਹ ਨਸ਼ਾ ਪੀਣ ਦੇ ਨਾਲ ਤਾਂ ਵਿਕਾਰ ਖੱਟਦਾ ਹੈ। ਆਪਣੇ ਸਰੀਰ ਦੀ ਸੁੱਧ ਬੁੱਧ ਨਾ ਰਹੀ, ਕਿਹਨੂੰ ਕੀ ਬੋਲਣਾ ਹੈ, ਕਿਵੇਂ ਬੋਲਣਾ, ਕਿਹੜੇ ਬਚਨ ਬੋਲਣੇ ਹਨ, ਇਹ ਵੀ ਪਤਾ ਨਾ ਰਿਹਾ। ਸਾਰੀ ਰਾਤ ਲੜਦਾ ਰਿਹਾ, ਦੁਖੀ ਹੁੰਦਾ ਰਿਹਾ, ਤੇ ਦੋਸ਼ ਪਤਾ ਕੀਤੇ ਕੱਢਦਾ, ਕਹਿੰਦਾ ਸਾਰਾ ਦੋਸ਼ ਅੰਗੂਰਾਂ ਦਾ ਸੀ, ਇਹ ਅੰਗੂਰਾਂ ਦਾ ਦੋਸ਼ ਸੀ। ਪਰ ਨਹੀਂ, ਉਹ ਭੱਲਿਆ, ਇਹ ਅੰਗੂਰਾਂ ਦਾ ਦੋਸ਼ ਨਹੀਂ, ਇਹ ਤੇਰਾ ਦੋਸ਼ ਸੀ। ਜਿਹੜੇ ਤੂੰ ਇਹ ਤੋਂ ਸ਼ਰਾਬ ਬਣਾਈ ਹੈ, ਕਹਿੰਦੇ ਕੱਲੇ ਅੰਗੂਰ ਵੀ ਖਾ ਸਕਦਾ ਸੀ, ਚੰਗਾ ਬਣ ਸਕਦਾ ਸੀ, ਪਰ ਇਹਨੂੰ ਗਲਤ ਵਰਤੋਂ ਵਿੱਚ ਲੈ ਕੇ ਮਹਾਰਾਜ ਕਹਿੰਦੇ ਇਹਨੂੰ ਮਾੜੇ ਕਰਮਾਂ ਵਿੱਚ ਲੈ ਕੇ ਤੂੰ ਮਾੜੇ ਕਰਮ ਕੀਤੇ ਨੇ, ਤੇ ਮਾੜੇ ਕਰਮਾਂ ਦਾ ਨਤੀਜਾ ਇਹ ਹੋਇਆ, ਤੇ ਹੁਣ ਦੁਖੀ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਕਰਮ ਹੀ ਬੰਦੇ ਦੇ ਆਪਣੇ ਹਨ। ਬੰਦਾ ਆਪਣੇ ਘਰ ਨੂੰ, ਪਰਿਵਾਰ ਨੂੰ, ਅਹੁਦਿਆਂ ਨੂੰ, ਜਾਇਦਾਦ ਨੂੰ ਆਪਣਾ ਮੰਨ ਕੇ ਬੈਠਾ ਹੈ ਵੀ ਮੇਰਾ ਹੀ ਹੈ, ਸਭ ਕੁਝ ਮੇਰਾ ਹੈ। ਪਰ ਮਾਰੇ ਕਹਿੰਦੇ ਅਸਲ ਵਿੱਚ ਜਿਹੜੇ ਤੇਰੇ ਕਰਮ ਹਨ ਉਹ ਤੇਰੇ ਹਨ, ਉਹ ਭਾਵੇਂ ਚੰਗੇ ਹਨ ਭਾਵੇਂ ਮਾੜੇ ਹਨ। ਭਗਤ ਤਰਲੋਚਨ ਜੀ ਕਿਰਪਾ ਕਰਦੇ, ਕਹਿੰਦੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਕਹਿੰਦੇ ਤੇਰੇ ਕਰਮ ਹਨ ਚੰਗੇ ਤੇ ਮਾੜੇ, ਤੂੰ ਕਿਸੇ ਦੂਸਰੇ ਤੇ ਦੋਸ਼ ਨਹੀਂ ਦੇ ਸਕਦਾ ਹੈ। ਮਾਰੇ ਕਹਿੰਦੇ ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਕਿਸੇ ਹੋਰ ਤੇ ਦੋਸ਼ ਨਾ ਦਈ,
ਗਾਫਲਾਂ ਦੀ ਤਰ੍ਹਾਂ ਸੁੱਤਾ ਰਿਹਾ ਤੇ ਫਿਰ ਦੋਸ਼ ਕਿਸੇ ਹੋਰ ਤੇ ਕੱਢੇ ਵੀ ਮੇਰੇ ਨਾਲ ਇਦਾਂ ਹੋਇਆ। ਮਾਰੇ ਕਹਿੰਦੇ ਅਸਲ ਵਿੱਚ ਉਹ ਗੱਲ ਨਹੀਂ, ਚੰਗਾ ਚੰਗਾ ਕਰ ਮੰਨੈ, ਮੰਦਾ ਮੰਦਾ ਹੋਏ। ਆਸਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹ ਆਸ਼ਿਕ ਨਹੀਂ ਹੋ ਸਕਦਾ ਜਿਹੜਾ ਕਹਿੰਦਾ ਵੀ ਚੰਗਾ ਮੰਨੇ, ਵੀ ਮੇਰੇ ਨਾਲ ਮੰਦਾ ਨਾ ਹੋਵੇ। ਜੋ ਚੰਗਾ ਹੋ ਰਿਹਾ ਉਹ ਆਪਣੇ ਨੂੰ ਕਵੇ ਵੀ ਮੈਂ ਕਰ ਰਿਹਾ ਹਾਂ, ਮੇਰਾ ਹੈ, ਪਰ ਮੰਦਾ ਕਬੂਲਣ ਦੇ ਲਈ, ਮੰਦੇ ਦੇ ਲਈ ਰੱਬ ਤੇ ਦੋਸ਼ ਦਿੰਦਾ ਹੈ। ਮੰਦਾ ਜੇ ਹੋ ਜਾਵੇ ਉਹ ਤੇ ਰੱਬ ਤੇ ਦੋਸ਼ ਦੇਣ ਲੱਗ ਜਾਏਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਜੋ ਕਰਮ ਜੋ ਬੀਜੇਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੀਜ ਕੇ ਕਿੱਕਰਾਂ ਤੇ ਬਜੋਰ ਦੇ ਇਲਾਕੇ ਵਾਲੀਆਂ, ਭਾਵ ਬਜੋਰ ਦੀਆਂ ਦਾਖਾਂ ਮਿੱਠੀਆਂ ਮੰਨੀਆਂ ਜਾਂਦੀਆਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਜੋਰ ਦੀਆਂ ਦਾਖਾਂ ਪਾਲਦਾ ਪਰ ਬੀਜ ਦਾ ਪਿਆ ਹੈ ਕੰਡੇ। ਫਿਤਰਤ ਹੈ ਬੰਦੇ ਦੀ। ਮਹਾਰਾਜ ਤਾਂ ਕਹਿੰਦੇ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਬੀਜ ਕੇ ਜ਼ਹਿਰ ਤੇ ਅੰਮ੍ਰਿਤ ਦੀ ਆਸ ਕਰਦਾ ਪਿਆ ਹੈ। ਕਿਸੇ ਦਾ ਬੁਰਾ ਕਰਕੇ ਤੇ ਉਹ ਤੋਂ ਭਲੇ ਦੀ ਆਸ ਕਰਨੀ, ਇਹ ਕਿੱਦਾਂ ਹੋ ਸਕਦਾ ਹੈ? ਕਿਸੇ ਨਾਲ ਬੁਰਾ ਕਰੋਗੇ, ਬੁਰਾ ਸਲੂਕ। ਮਹਾਰਾਜ ਕਹਿੰਦੇ ਬਜੋਰ ਦੀਆਂ ਦਾਖਾਂ ਪਾਲਦਾ ਹੈ, ਕਿੱਕਰ ਬੀਜੈ ਜੱਟ। ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ। ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਬਾਬਾ ਜੀ ਕਹਿੰਦੇ ਏਦਾਂ ਗੱਲ ਨਹੀਂ ਬਣੇਗੀ ਜਿਹੜੇ ਕਰਮਾਂ ਵਿੱਚ ਤੂੰ ਪਿਆ ਹੋਇਆ ਹੈ। ਕਦ ਤੱਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕਿਸੇ ਦੂਸਰੇ ਤੇ ਦੋਸ਼ ਨਾ ਦਈ। ਜੋ ਅਸੀਂ ਕਰਮ ਕਰ ਰਹੇ ਹਾਂ, ਜੋ ਬੀਜ ਰਹੇ ਹਾਂ, ਉਹ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਉਹਦਾ ਨਤੀਜਾ ਮਿਲੇਗਾ ਜ਼ਰੂਰ। ਮਾਰੇ ਕਹਿੰਦੇ ਚੰਗੇ ਦਾ ਚੰਗਾ, ਮਾੜੇ ਦਾ ਮਾੜਾ ਨਤੀਜਾ ਪ੍ਰਾਪਤ ਹੋਏਗਾ। ਵਿਛੜਿਆਂ ਰੱਬ ਤੋਂ, ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ ਹਾਂ। ਆਪਣੇ ਕਰਮ ਐਸੇ ਕਰ ਬੈਠੇ ਆ ਕਿ ਇਹ ਵਿਛੋੜੇ ਪੈ ਗਏ ਹਨ। ਮਾਰੇ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਸਭ ਤੋਂ ਵੱਡਾ ਰੋਗ ਕਿਹੜਾ ਹੈ? ਪਰਮੇਸ਼ਰ ਨੂੰ ਭੁਲਾ ਦੇਣਾ, ਵਾਹਿਗੁਰੂ ਨੂੰ ਵਿਸਾਰ ਦੇਣਾ। ਸਭ ਤੋਂ ਵੱਡਾ ਰੋਗ ਇਹੀ ਹੈ। ਨਹੀਂ ਤੇ ਮਾਰੇ ਕਹਿੰਦੇ ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਨਾਮ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਸੁੱਖ ਦੀ ਪ੍ਰਾਪਤੀ ਨਹੀਂ ਕੀਤੀ ਹੈ। ਸਤਿਗੁਰ ਜੀਆਂ ਨੇ ਕਿਰਪਾ ਕੀਤੀ, ਦੁੱਖ ਮੰਨੇ ਗਏ ਨੇ। ਸਭ ਤੋਂ ਵੱਡਾ ਦੁੱਖ ਇਹ ਮੰਨਿਆ ਗਿਆ ਹੈ ਵਿਛੋੜੇ ਦਾ ਦੁੱਖ। ਮਾਰੇ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਭੁੱਖ ਵੀ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਸਭ ਤੋਂ ਵੱਡਾ ਦੁੱਖ ਜਿਹੜਾ ਵਿਛੋੜੇ ਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਮਾਰੇ ਕਹਿੰਦੇ ਸਰੀਰ ਤੇ ਰੋਗ ਆ ਚਿੰਬੜਨੇ ਵੀ ਬੜਾ ਵੱਡਾ ਦੁੱਖ ਹੈ। ਵੈਦ ਨਾ ਭੋਲੇ ਦਾਰੂ ਲਾਏ। ਤੇ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਦੁੱਖ ਆ ਜਾਂਦੇ ਹਨ, ਤਨ ਨੂੰ ਰੋਗ ਲੱਗੇ ਹੋਣ, ਮਾਨਸਿਕ ਰੋਗ ਲੱਗੇ ਹੋਣ। ਵੇਖੇ ਨੇ ਮਾਨਸਿਕ ਰੋਗ ਕਈਆਂ ਨੂੰ ਲੱਗ ਜਾਂਦੇ ਨੇ। ਡਿਪਰੈਸ਼ਨ ਵਿੱਚ ਚਲਿਆ ਜਾਣਾ ਹੈ, ਚਿੰਤਾ ਵਿੱਚ ਚਲਿਆ ਜਾਣਾ, ਇਹ ਵੀ ਇੱਕ ਬੜਾ ਵੱਡਾ ਰੋਗ ਹੈ। ਚਿੰਤਾ ਦਾ ਰੋਗ ਵੀ ਬੜਾ ਵੱਡਾ ਹੈ। ਮਹਾਰਾਜ ਕਹਿੰਦੇ ਇਹ ਰੋਗ ਨੇ ਤੇ ਉਹਦੇ ਕੋਲ ਜਿੰਨੀ ਭਾਵੇਂ ਮਾਇਆ ਹੋਵੇ, ਦੁਨੀਆ ਦੀ ਬਹੁਤ ਜ਼ਿਆਦਾ ਮਾਇਆ ਹੋਵੇ, ਉਹਦੇ ਕੋਲ ਬਹੁਤ ਸਹੂਲਤਾਂ ਵੀ ਹੋਣ,
ਜਿਹੜਾ ਰੋਗੀ ਹੈ ਤਨ ਕਰਕੇ ਮਨ ਕਰਕੇ ਰੋਗੀ ਹੈ, ਉਹਦੇ ਲਈ ਬਾਹਰਲੀਆਂ ਸਹੂਲਤਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਹਦੇ ਲਈ ਸਾਰਾ ਹੀ ਰੋਗੀ ਬਣਿਆ ਹੋਇਆ ਹੈ। ਮਾਰੇ ਕਹਿੰਦੇ ਕੋਈ ਸਹੂਲਤਾਂ ਮਾਇਨੇ ਨਹੀਂ, ਜਿਹੜਾ ਤਨ ਦਾ ਔਰ ਮਨ ਦਾ ਰੋਗੀ ਹੈ। ਇਸ ਕਰਕੇ ਜਿਹਨੂੰ ਅਸੀਂ ਸੁੱਖ ਮੰਨ ਬੈਠੇ ਆ, ਇਹ ਸੁੱਖ ਨਹੀਂ, ਇਹ ਸਹੂਲਤਾਂ ਨੇ। ਸਹੂਲਤਾਂ ਕਦੇ ਸੁੱਖ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹਨੇ ਬਾਣੀ ਨੂੰ ਵਿਸਾਰ ਦਿੱਤਾ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਕਲਪਦੇ ਹਨ, ਵਿਲਕਦੇ ਹਨ, ਦੁਖੀ ਹੁੰਦੇ ਹਨ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਤਨ ਤੇ ਆ ਕੇ ਰੋਗ ਪੈਦਾ ਹੋ ਗਏ। ਇੱਕ ਉਹ ਰੋਗੀ ਸੀ ਜਿਹੜਾ ਕੋੜੀ ਰੋਗ, ਕੋੜ ਦੇ ਰੋਗ ਤੋਂ ਵਿਲਕਦਾ ਪਿਆ ਹੈ। ਰੋਗ ਆ ਕੇ ਚਿੰਬੜਿਆ, ਆਪਣੇ ਵੀ ਤਿਆਗ ਕੇ ਚਲੇ ਗਏ ਹਨ। ਫਿਰ ਕਿਹੜੀਆਂ ਸਹੂਲਤਾਂ, ਫਿਰ ਕਿਹੜੇ ਆਪਣੇ? ਆਪਣਾ ਤੋਂ ਹੈ ਜਿਹੜਾ ਦੁੱਖ ਵਿੱਚ ਖੜੇ, ਮੁਸੀਬਤ ਵਿੱਚ ਖੜੇ। ਦੁੱਖ ਬਿਮਾਰੀ ਐਸੀ ਆ ਗਈ ਕਿ ਆਪਣੇ ਵੀ ਤਿਆਗ ਕੇ ਚਲੇ ਗਏ। ਤੇ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਗਏ ਤੇ ਉਹਦੀ ਝੌਂਪੜੀ ਦੇ ਵਿੱਚ ਕੀਰਤਨ ਦੀਆਂ ਸ਼ਹਿਬਰਾਂ ਲਾਈਆਂ। ਕਿਆ ਮਰਦਾਨਿਆ ਰਬਾਬ ਛੇੜ, ਕਹਿੰਦੇ ਉਹ ਆਨੰਦ, ਉਹ ਖੇੜਾ ਬਾਣੀ ਵਿੱਚੋਂ। ਤੇ ਕਿਆ ਬਾਬਾ ਇੱਥੇ ਤਾਂ ਮੇਰੇ ਆਪਣੇ ਵੀ ਛੱਡ ਕੇ ਚਲੇ ਗਏ। ਗੁਰੂ ਸਾਹਿਬ ਜੀ ਕਹਿੰਦੇ ਭਾਈ ਕੀਰਤਨ ਨਾਲ ਜੁੜ, ਸ਼ਬਦ ਨਾਲ ਜੁੜ। ਜਿੱਥੇ ਕੋਈ ਨਾ ਖੜੇ ਉੱਥੇ ਮਾਲਕ ਖੜਦਾ ਹੈ, ਉੱਥੇ ਸਾਰੇ ਸੁੱਖ ਨੇ। ਹੁਣ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਕੋਈ ਆਸਰਾ ਨਾ ਰਵੇ। ਲਾਗੂ ਹੋਏ ਦੁਸ਼ਮਨਾ ਸਾਕ ਪੇ ਭਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਮਾਰੇ ਕਹਿੰਦੇ ਤੱਤੀ ਹਵਾ ਨਹੀਂ ਲੱਗ ਸਕਦੀ ਜੇ ਪਰਮੇਸ਼ਰ ਚੇਤੇ ਹੈ, ਵਾਹਿਗੁਰੂ ਚੇਤੇ ਹੈ। ਜੇ ਗੁਰੂ ਸਾਹਿਬ ਜੀ ਕਹਿੰਦੇ ਚਾਰੇ ਕਿਲ ਵੇਖੋ ਨਗ ਕੀਏ, ਹੋਆ ਅਸਰ ਸੰਗਾਰ, ਗ੍ਰਸਤ ਕੁਟੰਬ ਪਲੇਟਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਲਤ ਏਦਾਂ ਦੀ ਬਣ ਗਈ ਹੈ। ਮਾਰੇ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਾਹਿਗੁਰੂ ਨੂੰ ਵਿਸਾਰ ਕੇ ਸਤਿਗੁਰੂ ਜੀ ਕਹਿੰਦੇ ਸਾਰੇ ਰੋਗ ਪੈਦਾ ਹੋ ਗਏ। ਇਹ ਕਰਮਾਂ ਦਾ ਫਲ ਹੈ। ਚੰਗਾ ਕਰੇਗਾ ਚੰਗੇ ਦਾ ਚੰਗਾ, ਮਾੜੇ ਦਾ ਮਾੜਾ। ਅੱਗ ਨੂੰ ਜੇ ਚੁੱਲ੍ਹੇ ਵਿੱਚ ਰੱਖਾਂਗੇ ਤੇ ਪਕਵਾਨ ਬਣਾਏਗੀ, ਪਰ ਜੇ ਉਹੀ ਅੱਗ ਕਿਸੇ ਬਾਂਦਰ ਦੇ ਹੱਥ ਵਿੱਚ ਆ ਜਾਏ, ਕਿਸੇ ਐਸੇ ਇਨਸਾਨ ਦੇ ਹੱਥ ਵਿੱਚ ਆ ਜਾਵੇ, ਤੇ ਕਹਿੰਦੇ ਉਹ ਨੁਕਸਾਨ ਵੀ ਕਰ ਦਿੰਦਾ ਹੈ। ਅਲੱਗ-ਅਲੱਗ ਕਰਮ ਹੈ, ਕਰਮ ਚੰਗਾ ਵੀ ਹੈ ਔਰ ਕਰਮ ਮਾੜਾ ਵੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਗਤ ਚੰਗੀ ਵੀ ਹੈ ਤੇ ਸੰਗਤ ਮਾੜੀ ਵੀ ਹੁੰਦੀ ਹੈ। ਹੁਣ ਮਾੜੀ ਦਾ ਮਾੜਾ ਨਤੀਜਾ ਹੈ। ਕੋਈ ਥਾਵਾਂ ਤੇ ਪਾਣੀ ਪੀਓ ਤੇ ਰੋਗ ਲੱਗ ਜਾਂਦੇ, ਪਰ ਕਈ ਥਾਂ ਐਸੀਆਂ ਪਾਣੀ ਪੀਓ ਤੇ ਰੋਗ ਰਹਿਤ ਹੋ ਜਾਂਦੀ ਹੈ ਜੀ। ਹਵਾ ਚੱਲਦੀ ਹੈ, ਕਾਹੂ ਦਸਾ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸਾ ਪਵਨ ਬਾਦਰ ਬਿਲਾਤ ਹੈ। ਇੱਕ ਹਵਾ ਚੱਲੀ ਜਿਹਨੇ ਮੀਂਹ ਪਵਾਤਾ, ਇੱਕ ਨੇ ਬੱਦਲ ਹੀ ਉਡਾ ਕੇ ਲੈ ਗਈ ਹੈ। ਕਰਮਾਂ ਦਾ ਵੀ ਹਿਸਾਬ ਹੈ। ਕਈ ਵਾਰ ਬੰਦਾ ਕਰਮ ਕਰ ਰਿਹਾ ਹੁੰਦਾ ਹੈ, ਕਈ ਕਰਮ ਸਿਰਫ ਦਿਖਾਵੇ ਦੇ ਮਾਤਰ ਹੁੰਦੇ ਹਨ। ਕਈ ਸਿਰਫ ਦਿਖਾਵੇ ਮਾਤਰ ਕਰਮ ਹੁੰਦੇ ਨੇ, ਵੀ ਲੋਕਾਂ ਨੂੰ ਠੱਗਣ ਦੇ ਲਈ, ਵੀ ਲੋਕਾਂ ਨੂੰ ਠੱਗਿਆ ਕਿੱਦਾਂ ਜਾਵੇ, ਆਪਣੇ ਵੱਲ ਆਕਰਸ਼ਿਤ ਕਿੱਦਾਂ ਕੀਤਾ ਜਾਵੇ। ਉਹ ਫਿਰ ਮਾਰੇ ਕਹਿੰਦੇ ਹਾਲਤ ਕੀ ਹੈ, ਕਰਮਾਂ ਦਾ ਹੈ। ਹੁਣ ਹੰਸ ਤੇ ਬਗਲਾ ਵੇਖਣ ਨੂੰ ਇੱਕੋ ਜਿਹੇ ਹਨ। ਜਦੋਂ ਬਗਲੇ ਨੇ ਵੇਖਿਆ ਹੰਸ ਵੱਲ, ਕਹਿੰਦੇ
ਹੰਸਾਂ ਵੇਖ ਤਰੰਨਿਆਂ ਬੱਗਾ ਪੇ ਆਇਆ ਚਾਓ। ਬਗਲੇ ਦੇ ਅੰਦਰ ਚਾਅ ਪੈਦਾ ਹੋ ਗਿਆ ਵੀ ਹੰਸ ਤਾਰੀਆਂ ਲਾਉਂਦੇ ਨੇ। ਮਨਮੁਖ ਬਿਰਤੀ ਵਾਲੇ ਦੇ ਅੰਦਰ ਇਹ ਚਾਅ ਪੈਦਾ ਹੋ ਗਿਆ ਵੀ ਬੜੇ ਲੋਕ ਨੇ, ਬੜਾ ਸਤਿਕਾਰ ਹੋ ਰਿਹਾ ਹੈ, ਇਹ ਬੜੀ ਭਗਤੀ ਵਿੱਚ ਰੰਗਿਆ ਰਹਿੰਦਾ ਹੈ। ਕਹਿਣ ਲੱਗੇ ਬੜਾ ਪਹਿਰਾਵਾ ਸੋਹਣਾ ਹੈ। ਮਾਰੇ ਕਹਿੰਦੇ ਮਨਮੁਖ ਬਿਰਤੀ ਵਾਲੇ ਨੇ ਗੁਰਮੁਖਾਂ ਵਾਲਾ ਲਿਬਾਸ ਧਾਰਨ ਕਰ ਲਿਆ। ਕਰਮ ਦੀ ਗੱਲ ਚੱਲਦੀ ਪਈ ਹੈ ਵੀ ਕਰਮ ਕੀ ਹਨ। ਲਿਬਾਸ ਧਾਰਨ ਕੀਤਾ। ਮਾਰੇ ਕਹਿੰਦੇ ਬੱਗਾ ਪੇ ਆਇਆ ਚਾਓ, ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਪਰ ਉਹ ਬਗਲੇ ਕਿੱਥੇ ਤਾਰੀਆਂ ਲਾ ਸਕਣ ਹੰਸਾਂ ਵਾਂਗੂ, ਕਿਤੇ ਹੀਰੇ ਮੋਤੀ ਚੁੱਕ ਲੈਣ। ਜਿਹੜਾ ਮਾਰੇ ਕਹਿੰਦੇ ਹੰਸਾਂ ਦਾ ਕਰਮ ਹੈ ਉਹ ਬਗਲੇ ਨਹੀਂ ਕਰ ਸਕਦੇ। ਬਗਲੇ ਅੰਦਰ ਕਿੱਦਾਂ ਆਉਂਦੇ? ਮਨਮੁਖ ਦੀ ਬਿਰਤੀ ਹੈ, ਮਨਮੁਖ ਨੇ ਮਨਮੁਖਾਂ ਵਾਲਾ ਹੀ ਕਰਮ ਕਰਨਾ ਹੈ। ਇਸ ਕਰਕੇ ਮਾਰੇ ਕਹਿੰਦੇ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਕੀਏ ਬ੍ਰਿਥਾ ਬਿਲਲਾਤ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਲਿਜਾਤ ਹੈ। ਕਈਆਂ ਦੀ ਸੰਗਤ ਐਸੀ ਹੁੰਦੀ ਹੈ ਉਹਨਾਂ ਕੋਲ ਬੈਠੋ ਬਸ ਨਿੰਦਿਆ। ਕਈਆਂ ਦੀ ਸੰਗਤ ਐਸੀ ਹੁੰਦੀ ਹੈ ਬਸ ਜਦੋਂ ਬੈਠਣਾ ਮਾੜੀ ਗੱਲ, ਨਿੰਦਿਆ, ਮਾੜੇ ਵਿਚਾਰ, ਮਾੜੀਆਂ ਗੱਲਾਂ। ਪਰ ਕਈ ਐਸੇ ਹੁੰਦੇ ਨੇ ਵਿਰਲੇ ਜਿਨ੍ਹਾਂ ਕੋਲ ਬੈਠੋ ਕਿ ਰੱਬ ਚੇਤੇ ਆ ਜਾਂਦਾ ਹੈ, ਰੱਬ ਦੀ ਯਾਦ ਆਉਂਦੀ ਹੈ, ਰੱਬ ਦੀ ਇਬਾਦਤ ਚੇਤੇ ਆ ਜਾਂਦੀ। ਉਹਨਾਂ ਦੀ ਹਰ ਗੱਲ ਗੁਰਮੁਖਾਂ ਵਾਲੀ ਹੁੰਦੀ ਹੈ। ਮਾਰੇ ਕਹਿੰਦੇ ਹੰਸ ਤੇ ਬਗਲੇ ਦਾ ਕਦੇ ਮੇਲ ਨਹੀਂ ਹੋ ਸਕਦਾ। ਬਗਲਾ ਜਿਹੜਾ ਹੈ ਉਹਦਾ ਖਾਣਾ ਕੀੜੇ ਮਕੌੜੇ, ਮਨਮੁਖ ਬਿਰਤੀ ਦਾ ਜਿਹੜਾ ਹੈ ਉਹਨੇ ਨਿੰਦਿਆ, ਚੁਗਲੀ, ਮਾੜੇ ਕਰਮ, ਈਰਖਾ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਦੇ ਵਿੱਚ ਫਸਿਆ ਰਹਿੰਦਾ ਹੈ। ਉਹਦਾ ਖਾਣਾ ਹੀ ਇਹ ਹੈ। ਗੁਰੂ ਸਾਹਿਬ ਜੀ ਕਹਿੰਦੇ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਸਰੋਵਰ ਦੇ ਵਿੱਚ ਮਾਨ ਸਰੋਵਰ ਦਾ ਮੇਲ ਹੰਸ ਦੇ ਨਾਲ ਹੈ। ਇੱਥੇ ਹੰਸੀ ਸ਼ੋਭਾ ਪਾਉਂਦੇ ਹਨ। ਬਗਲਾ ਭਾਵੇਂ ਭੇਖ ਧਾਰ ਕੇ ਬੈਠ ਵੀ ਜਾਵੇ ਨਾ, ਉਹਦਾ ਕਰਮ ਹੁੰਦਾ ਹੈ ਨਿੰਦਿਆ ਹੀ। ਮਾਰੇ ਕਹਿੰਦੇ ਪਿਸਨ ਪ੍ਰੀਤ ਜਿਉਂਦੇ, ਜਿਵੇਂ ਚਿੱਚੜ ਦਾ ਕੰਮ ਹੁੰਦਾ ਹੈ ਨਾ, ਉਹਨੇ ਦੁੱਧ ਛੱਡ ਕੇ ਲਹੂ ਹੀ ਚੂਸਣਾ ਹੈ। ਜਿਹੜਾ ਨਿੰਦਿਆ ਵਾਲਾ ਹੁੰਦਾ ਹੈ, ਮਨਮੁਖ ਬਿਰਤੀ ਵਾਲਾ ਹੁੰਦਾ, ਉਹਦਾ ਕਰਮ ਵੀ ਨਿੰਦਿਆ ਹੀ ਕਰਨਾ, ਨਿੰਦਿਆ ਇਕੱਠੀ ਕਰਨਾ ਹੁੰਦਾ ਹੈ, ਮਾੜਾ ਕੁਝ ਇਕੱਠਾ ਕਰਨਾ ਹੁੰਦਾ ਹੈ। ਉਹਨੇ ਚੰਗੀ ਗੱਲ ਗ੍ਰਹਿਣ ਨਹੀਂ ਕਰਨੀ ਹੈ। ਇਹ ਵੀ ਇੱਕ ਕਰਮ ਹੈ, ਇਹ ਮਾੜਾ ਕਰਮ ਹੈ ਨਿੰਦਿਆ ਜਿਹੜੀ ਹੈ। ਸਤਿਗੁਰੂ ਜੀ ਕਹਿੰਦੇ ਪਰ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਣ ਇਕੱਠੇ ਕਰਨੇ ਹੰਸਾਂ ਦਾ, ਇਹ ਗੁਰਮੁਖਾਂ ਦਾ ਖਾਣਾ ਹੈ। ਗੁਣ ਇਕੱਠੇ ਕਰਨੇ, ਗੁਣਾਂ ਦੀ ਸਾਂਝ ਕਰ ਲੈਣੀ। ਸੰਤ ਸਿੰਘ ਮਸਕੀਨ ਜੀ ਕਹਿੰਦੇ ਸਹਿਮਤ ਹੋ ਜਾਣਾ ਨਾ, ਇਹ 1000 ਗੁਣਾ ਅਕਲ ਜ਼ਿਆਦਾ ਚਾਹੀਦੀ ਹੈ। ਸਹਿਮਤ ਹੋਣਾ ਭਾਵ ਆਪਣੀ ਵਿਚਾਰ ਵੀ ਪੇਸ਼ ਕਰ ਦੇਣੀ। ਕਿਸੇ ਦੀ ਚੰਗੀ ਗੱਲ ਸੁਣ ਕੇ ਉਹਦੇ ਨਾਲ ਸਹਿਮਤ ਹੋ ਜਾਣਾ। ਹਾਂ, ਜੇ ਗਲਤ ਗੱਲ ਹੈ ਫਿਰ ਸਹਿਮਤ ਨਾ ਹੋਵੋ, ਪਰ ਜੇ ਚੰਗੀ ਗੱਲ ਹੈ ਉਹਦੇ ਨਾਲ ਸਹਿਮਤ ਹੋ ਜਾਣਾ। ਮਾਰੇ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਣ ਸ਼ੁਭ ਗੁਣ ਗ੍ਰਹਿਣ ਕਰਨੇ ਹੰਸਾਂ ਦਾ, ਇਹ ਗੁਰਮੁਖਾਂ ਦਾ ਖਾਣਾ ਹੈ। ਉਹ ਗੁਣ ਇਕੱਠੇ ਕਰਦੇ ਹਨ। ਬਗਲਾ ਕਾਗ ਨ ਰਹੀ ਸਰਵਰ,
ਜੇ ਹੋਵੇ ਅਤ ਸਿਆਣਾ ਬਗਲਾ ਆਏਗਾ, ਪਰ ਉਹਨੂੰ ਉੱਥੇ ਖਾਣਾ ਨਹੀਂ ਮਿਲੇਗਾ। ਉਹਦਾ ਖਾਣਾ ਕੀ ਹੈ? ਬਗਲੇ ਦਾ ਡੱਡੀਆਂ ਮੱਛੀਆਂ ਖਾਣੇ, ਕੀੜੇ ਮਕੌੜੇ ਖਾਣੇ। ਮਨਮੁਖ ਬਿਰਤੀ ਕੀ ਹੈ? ਮਾੜੇ ਕਰਮਾਂ ਦਾ ਨਤੀਜਾ। ਮਾੜੇ ਕਰਮ ਕੀ ਹਨ? ਨਿੰਦਿਆ, ਚੁਗਲੀ, ਪਾਪ ਕਰਨੇ, ਵਿਕਾਰ ਭੋਗਣੇ, ਮਾੜੇ ਕਰਮਾਂ ਦੀ ਇਹ ਨਿਸ਼ਾਨੀ ਹੈ। ਮਾਰੇ ਕਹਿੰਦੇ ਬਗਲੇ ਵਰਗੀ ਬਿਰਤੀ। ਪਹਿਰਾਵਾ ਭਾਵੇਂ ਪਾ ਲਿਆ, ਪਰ ਕਰਮ ਬਗਲਿਆਂ ਵਰਗੇ ਹਨ। ਕਰਮ ਮਨਮੁਖਾਂ ਵਾਲੇ ਹਨ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਾਇਓ ਉਥੈ, ਉਹਨਾਂ ਹੋਰੋ ਖਾਣਾ। ਮਾਰੇ ਕਹਿੰਦੇ ਉਹਨਾਂ ਦਾ ਖਾਣਾ ਹੀ ਕੁਝ ਹੋਰ ਹੈ। ਬਗਲਾ ਮਨਮੁਖ ਬਿਰਤੀ ਵਾਲਾ ਕਦੇ ਗੁਣ ਇਕੱਠੇ ਨਹੀਂ ਕਰ ਸਕਦਾ। ਉਹਦੀ ਬਿਰਤੀ ਐਸੀ ਹੈ। ਕਰਮਾਂ ਦਾ ਨਤੀਜਾ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੈ ਰੋਗ। ਭਾਵੇਂ ਕਹਿੰਦੇ ਪੁਕਾਰਾਂ ਕਰੀ ਚੱਲੇ, ਮੀਂਹ ਵਰਖਾ ਪੈਂਦੀ ਹੈ ਨਾ, ਤੇ ਵਰਖਾ ਪੈਣ ਲੱਗੀ, ਤੇ ਜੇ ਕੋਈ ਆਪਣੇ ਤੇ ਛਤਰੀ ਲੈ ਲਵੇ, ਛਤਰੀ ਲੈ ਲਵੇ ਤੇ ਕਹਿ ਲਵੇ ਵੀ ਮੇਰੇ ਤੇ ਤਾਂ ਵਰਖਾ ਪਈ ਨਹੀਂ, ਤੂੰ ਲਈ ਛਤਰੀ ਹੈ, ਤੇਰੇ ਤੇ ਵਰਖਾ ਕਿੱਦਾਂ ਪਏਗੀ? ਇਹ ਨਾਮ ਰੂਪੀ ਵਰਖਾ ਪੈਣੀ ਹੈ ਨਾ, ਅੰਮ੍ਰਿਤ ਦਾ ਮੀਂਹ ਜੇ ਆਪਣੇ ਤੇ ਪਾਉਣਾ ਹੈ, ਤੇ ਇਹ ਜਿਹੜੀਆਂ ਨਿੰਦਿਆ ਵਿਕਾਰਾਂ ਵਾਲੀਆਂ ਛਤਰੀਆਂ ਤਿਆਗਣੀਆਂ ਪੈਣੀਆਂ ਨੇ, ਹਉਮੈ ਵਾਲੀਆਂ। ਬਾਬਾ ਜੀ ਕਹਿੰਦੇ ਇਹ ਤਾਂ ਉਹ ਗੱਲ ਹੈ ਵੀ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉ ਮੀਹਾਹ। ਜਿਵੇਂ ਮੀਂਹ ਦੇ ਪਾਣੀ ਤੋਂ ਟਿੱਬੇ ਸਖਣੇ ਰਹਿ ਜਾਂਦੇ, ਪਾਣੀ ਨਹੀਂ ਖੜਦਾ ਮੀਂਹ ਦਾ ਪਾਣੀ ਉੱਥੇ। ਮਾਰੇ ਕਹਿੰਦੇ ਨਾਮ ਅੰਮ੍ਰਿਤ, ਚੰਗੇ ਗੁਣ, ਚੰਗੀ ਵਿਚਾਰ ਜਿਹੜੀ ਹੈ ਉਹ ਮਨਮੁਖ ਬਿਰਤੀ ਵਾਲਿਆਂ ਅੰਦਰ ਨਹੀਂ ਖੜਦੀ ਹੈ। ਉਹ ਖੜਨ ਦਿੰਦੇ ਹੀ ਨਹੀਂ ਹਨ। ਕਈ ਵਾਰ ਹੁੰਦਾ ਹੈ ਬੰਦੇ ਨੇ ਸੇਵਾ ਕੀਤੀ, ਸਿਮਰਨ ਕੀਤਾ, ਬਾਣੀ ਪੜ੍ਹੀ, ਉੱਠਿਆ ਚੱਲਿਆ ਤੇ ਨਾਲ ਹੀ ਨਿੰਦਿਆ ਸ਼ੁਰੂ ਕਰ ਦਿੱਤੀ, ਨਾਲ ਹੀ ਨਿੰਦਿਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਗਦਾਦ ਦੀ ਧਰਤੀ ਤੇ ਜਾਂਦੇ ਨੇ, ਬਗਦਾਦ ਦੀ ਧਰਤੀ ਤੇ ਗਏ ਤੇ ਉੱਥੇ ਸਤਿਗੁਰੂ ਜੀਆਂ ਨੇ ਕੀਰਤਨ ਕੀਤਾ, ਸੰਗਤ ਜੁੜਦੀ ਗਈ ਹੈ। ਉੱਥੇ ਇੱਕ ਮੁਸਲਮਾਨ ਫਕੀਰ ਵੀ ਹੈ, ਕੀਰਤਨ ਉਹ ਵੀ ਸੁਣਦਾ ਹੈ। ਕੀਰਤਨ ਬੜੇ ਕਾਗਰ ਦੇ ਨਾਲ, ਮਨ ਬਿਰਤੀ ਕਾਗਰ ਕਰਕੇ, ਰਸ ਲੈ ਕੇ ਕੀਰਤਨ ਨੂੰ ਸੁਣਨਾ। ਕਿਸੇ ਨਾਲ ਸੁਣ ਕੇ ਨਾ ਚਲੇ ਜਾਣਾ, ਕਿਸੇ ਨਾਲ ਕੋਈ ਗੱਲਬਾਤ ਨਹੀਂ, ਕਿਸੇ ਦੀ ਕੋਈ ਨਿੰਦਿਆ ਨਹੀਂ, ਕਿਸੇ ਨੂੰ ਕੋਈ ਮਾੜਾ ਲਫ਼ਜ਼ ਨਹੀਂ, ਕਿਸੇ ਨੂੰ ਕੋਈ ਐਸਾ ਬਚਨ ਨਹੀਂ ਕਹਿਣਾ, ਚਲਿਆ ਜਾਣਾ। ਬਹੁਤ ਸਮਾਂ ਹੋ ਗਿਆ, ਕੁਝ ਸਮਾਂ ਬੀਤਿਆ ਤੇ ਮਹਾਰਾਜ ਜਾਣ ਲੱਗੇ ਉੱਥੋਂ। ਜਦੋਂ ਗੁਰੂ ਸਾਹਿਬ ਜੀ ਜਾਣ ਲੱਗੇ ਤੇ ਉਸ ਫਕੀਰ ਨੇ, ਉਸ ਪੀਰ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਐ ਪੀਰ ਜੀ, ਜੇ ਹੁਣ ਲਾਈ ਐ ਤੇ ਨਿਭਾ ਕੇ ਚੱਲੋ, ਹੁਣ ਏਦਾਂ ਛੱਡ ਕੇ ਨਾ ਜਾਓ। ਨਾਮ ਦੀ ਚਿਣਗ ਜੇ ਜਗਾ ਦਿੱਤੀ, ਇਹਨੂੰ ਬੁਝਾਓ ਨਾ। ਮਹਾਰਾਜ ਹੁਣ ਕਿਰਪਾ ਕਰਕੇ ਇਹਨੂੰ ਆਪਣੇ ਨਾਲ ਹੀ ਲੈ ਕੇ ਚੱਲੋ, ਏਦਾਂ ਹੀ ਜਗਦੀ ਰਵੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਪੀਰ ਜੀ, ਇਹ ਸਰੀਰ ਦਾ ਸਾਥ ਸਦਾ ਨਿਭਣ ਵਾਲਾ, ਨਿਭਾਉਣਾ ਕੀ ਹੈ, ਸਲਾਮਤੀ ਕੀ ਹੈ। ਕਈਆਂ ਦੀ ਬਿਰਤੀ ਹੁੰਦੀ, ਭਾਂਡਾ ਭਰਿਆ ਤੇ ਕਹਿੰਦੇ ਨਿੰਦਿਆ ਕਰਤੀ, ਹੰਕਾਰ ਆ ਗਿਆ, ਵਿਕਾਰ ਪੈਦਾ ਹੋ ਗਏ, ਉਹ ਸਾਰਾ ਹੀ ਡੋਲ ਦਿੰਦੇ ਨੇ। ਭਰ ਕੇ ਲੈ ਕੇ ਗਏ ਤੇ ਸਾਰਾ ਹੀ ਡੋਲ ਦਿੱਤਾ। ਉਹ ਭਰੇ ਦਾ ਵੀ ਕੋਈ ਅਰਥ ਹੋਵੇ ਨਾ, ਵੀ ਉਹਨੂੰ ਸਲਾਮਤ ਘਰ ਲੈ ਜਾਈਏ, ਉਹਨੂੰ ਸਹੀ ਸਲਾਮਤ ਸਾਂਭ ਸਕੀਏ। ਗੁਣ ਇਕੱਠੇ ਕੀਤੇ ਤੇ ਗੁਣਾਂ ਦੀ ਸੰਭਾਲ ਵੀ ਕਰਨੀ ਬੜੀ ਲਾਜ਼ਮੀ ਹੈ, ਬੜੀ ਜ਼ਰੂਰੀ ਹੈ।
ਕਈ ਵਾਰ ਬਖਸ਼ਿਸ਼ ਹੁੰਦੀ ਹੈ ਪਰ ਉਹ ਬਖਸ਼ਿਸ਼ ਨੂੰ ਸੰਭਾਲਣ ਵਾਲਾ ਹਿਰਦਾ ਨਹੀਂ ਹੁੰਦਾ। ਕਈ ਵਾਰ ਰਹਿਮਤ ਵਰਤਦੀ ਹੈ, ਕਿਰਪਾ ਹੁੰਦੀ ਹੈ, ਗੁਣ ਆਉਂਦੇ ਨੇ, ਵਡਿਆਈਆਂ ਮਿਲਦੀਆਂ ਨੇ, ਪਰ ਕਈ ਵਾਰ ਉਹ ਰਿਧੀਆਂ ਸਿੱਧੀਆਂ ਵਿੱਚ ਫਸ ਕੇ ਰਹਿ ਜਾਂਦੇ ਨੇ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਇਓ। ਆਪਣੀ ਪੂਜਾ ਦੇ ਵਿੱਚ ਹੀ ਲੱਗ ਜਾਂਦੇ ਨੇ। ਮਾਰੇ ਕਹਿੰਦੇ ਉਹਨਾਂ ਤੋਂ ਵਸਤੂ ਸੰਭਾਲ ਨਹੀਂ ਹੁੰਦੀ। ਇਹ ਵੀ ਉਹਨਾਂ ਨੂੰ ਆ, ਤਾਂ ਹੀ ਬਾਬਾ ਜੀ ਨੇ ਕਿਹਾ ਵਪਾਰ ਉੱਥੇ ਕਰੀ ਜਿਹੜਾ ਸ਼ਹਿਰ ਹੋਵੇ ਜਿੱਥੇ ਮੁੱਲ ਪਵੇ। ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਜਿਹੜਾ ਸ਼ਹਿਰ ਹੀ ਨਹੀਂ, ਨਾ ਖਰੀਦਣ ਵਾਲਾ ਨਾ ਉਹ ਮੁੱਲ ਦੇਣ ਵਾਲਾ, ਉੱਥੇ ਇਹਦਾ ਵਪਾਰ ਨਾ ਕਰੀ। ਫਕੀਰ ਨੂੰ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਸਮਾਧੀ ਸਥਿਤ, ਕਿਉਂਕਿ ਉਹਨੇ ਕੀਰਤਨ ਸੁਣਿਆ। ਕੀਰਤਨ ਨੂੰ ਸੁਣਿਆ ਵੀ ਤੇ ਸੰਭਾਲਣਾ ਵੀ ਕੀਤਾ ਆਪਣੇ ਅੰਦਰ। ਸ਼ਬਦ ਨੂੰ ਸੁਣਿਆ ਤੇ ਸ਼ਬਦ ਨੂੰ ਆਪਣੇ ਅੰਦਰ ਸੰਭਾਲਿਆ ਹੈ, ਟਿਕਾਇਆ ਹੈ। ਇਹ ਥੋੜਾ ਵੀ ਕੱਪੜਾ ਧੋਤਾ ਤੇ ਫਿਰ ਮਿੱਟੀ ਵਿੱਚ ਲਵੇੜ ਦਿੱਤਾ, ਫਿਰ ਗੰਦਗੀ ਵਿੱਚ ਲਵੇੜ ਦਿੱਤਾ, ਧੋਤੇ ਦਾ ਫਿਰ ਕੀ ਅਰਥ ਹੈ? ਜੇ ਧੋਤਾ ਹੈ ਤੇ ਇਹਨੂੰ ਸੰਭਾਲ ਕੇ ਵੀ ਰੱਖੀਏ, ਇਹਨੂੰ ਮਨ ਨੂੰ ਸੰਭਾਲ ਕੇ ਰੱਖੀਏ, ਮਨ ਫੇਰ ਨਾ ਡਿਗੇ। ਨਹੀਂ ਤੇ ਮਾਰੇ ਕਹਿੰਦੇ ਗੁਰੂ ਸਾਹਿਬ ਜੀ ਦਾ ਮਾਰੂ ਰਾਗ ਵਿੱਚ ਸ਼ਬਦ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਲੇਖ ਲਿਖੇ ਜਾ ਰਹੇ, ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋ। ਸਤਿਗੁਰੂ ਜੀ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ। ਜਿਹੋ ਜੇ ਕਰਮ ਕਰਦਾ ਜਾਂਦਾ ਹੈ ਉਹ ਜੇ ਆਪਣੇ ਆਪ ਹੀ ਰਸਤਾ ਬਣਾ ਰਿਹਾ ਨਾ। ਖੱਡਾ ਖੋਦਦਾ ਪਿਆ, ਉਹਦੇ ਵਿੱਚ ਡਿੱਗਣਾ ਵੀ ਫਿਰ ਆਪ ਹੀ ਹੈ ਨਾ। ਤੇ ਜੇ ਪੌੜੀਆਂ ਬਣਾ ਰਿਹਾ ਉੱਤੇ ਤੇ ਚੜ੍ਹਨਾ ਵੀ ਫਿਰ ਇਹਨੇ ਆਪ ਹੀ ਹੈ। ਕਈ ਖੱਡੇ ਖੋਦੀ ਜਾਂਦੇ ਨੇ, ਉਹਦੇ ਵਿੱਚ ਡਿੱਗ ਜਾਂਦੇ, ਪਰ ਕਈ ਉਚਾਈ ਲਈ ਪੌੜੀਆਂ ਬਣਾ ਲੈਂਦੇ ਨੇ। ਕਈ ਚੰਗੇ ਗੁਣ ਬੀਜਦੇ ਨੇ, ਪਰ ਕਈਆਂ ਦੀ ਹਾਲਤ ਔਗਣ ਬੀਜਣ ਦੀ ਹੁੰਦੀ ਹੈ, ਪਾਪ ਬੀਜਣ ਦੀ ਹੁੰਦੀ ਹੈ। ਮਾਰੇ ਕਹਿੰਦੇ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ। ਐ ਬਾਵਰਿਆ ਕਮਲਿਆ, ਕਿਉਂ ਨਹੀਂ ਚੇਤੇ ਕਰਦਾ ਹੈ, ਕਿਉਂ ਨਹੀਂ ਯਾਦ ਕਰਦਾ ਹੈ? ਹਰ ਵਿਸਰਤ ਤੇਰੇ ਗੁਣ ਗਲਿਆ। ਹਰੀ ਨੂੰ ਵਿਸਾਰ ਕੇ ਤੇਰੇ ਗੁਣ ਗਲਦੇ ਜਾਂਦੇ ਪਏ ਨੇ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਿਸਰਤ ਤੇਰੇ ਗੁਣ ਗਲਿਆ, ਜਾਲੀ ਰੈਨ ਜਾਲ ਦਿਨ ਹੁਆ। ਜੇਤੀ ਘੜੀ ਫਾਹੀ ਤੇਤੀ। ਹਰ ਪਾਸਿਓਂ ਹੀ ਜਾਲ ਪੈ ਰਿਹਾ ਹੈ, ਹਰ ਪਾਸਿਓਂ ਹੀ ਮਾੜੇ ਕਰਮ। ਜਿੱਥੇ ਵੀ ਬੈਠਦਾ ਹੈ, ਜਿੱਥੇ ਵੀ ਜਾਂਦਾ, ਉੱਥੇ ਮਾੜੀ ਸੋਚ, ਮਾੜੇ ਹੀ ਕਰਮ, ਮਾੜਾ ਹੀ ਚਿਤਵਦਾ ਪਿਆ ਹੈ। ਚੰਗਾ ਹੈ ਹੀ ਨਹੀਂ ਮਾਰੇ ਕਹਿੰਦੇ, ਮਾੜਾ ਹੀ ਚਿਤਵਦਾ ਪਿਆ ਹੈ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟ ਸਮੂੜੇ ਕਵਣ ਗੁਣੀ। ਤੂੰ ਤਾਂ ਫਸਦਾ ਜਾਣਾ ਪਿਆ। ਤੇਰੇ ਕੋਲ ਜੇ ਕੋਈ ਵਡਿਆਈ ਮਿਲੀ, ਉਹਦਾ ਤੇਰੇ ਅੰਦਰ ਹੰਕਾਰ ਪੈਦਾ ਹੋ ਗਿਆ, ਗੁਣਾਂ ਦਾ ਹੰਕਾਰ ਤੇਰੇ ਅੰਦਰ ਪੈਦਾ ਹੋ ਗਿਆ। ਵਿਦਿਆ ਪੜ੍ਹੀ, ਵਿਦਿਆ ਦਾ ਹੰਕਾਰ ਪੈਦਾ ਹੋ ਗਿਆ। ਮਾਰੇ ਕਹਿੰਦੇ ਤੀਰਥਾਂ ਦਾ ਇਸ਼ਨਾਨ ਕੀਤਾ, ਉਹਦਾ ਹੰਕਾਰ ਪੈਦਾ ਹੋ ਗਿਆ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜ੍ਹੀ ਸੋ। ਹਾਲਤ ਕੀ ਬਾਹਰ ਧੋਤੇ ਤੁੰਮੜੀ, ਅੰਦਰ ਵਿਸਨ ਕੋਰ। ਬਾਹਰੋਂ ਜਿੰਨਾ ਮਰਜੀ ਧੋ ਲਿਓ ਤੁੰਮੇ ਨੂੰ, ਪਰ ਅੰਦਰ ਕੁੜੱਤਣ ਪਈ ਹੈ। ਅੰਦਰ ਦੀ ਜਿਹੜੀ ਕੁੜੱਤਣ ਹੈ, ਮਾਰੇ ਕਹਿੰਦੇ ਭਾਵੇਂ ਜਿੰਨਾ ਮਰਜੀ ਮਿੱਠਾ ਬੋਲੇ,
ਮਿੱਠਾ ਸੁਣੇ ਪਰ ਅੰਦਰ ਦੀ ਕੁੜੱਤਣ ਨਹੀਂ ਗਈ ਉਹਦੀ। ਬਾਹਰ ਧੋਤੀ ਤੁੰਮੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣਨਾਤੇ ਆ। ਸਾਧ ਉਹ ਜਿਹੜੇ ਸਾਧਨਾ ਕਰਕੇ ਪੁੱਜ ਗਏ, ਸਾਧ ਬਣ ਗਏ, ਜਿਨ੍ਹਾਂ ਨੇ ਸਾਧਨਾ ਕੀਤੀ ਹੈ, ਜਿਹੜੇ ਅੰਦਰੋਂ ਮਾਲਕ ਨਾਲ ਜੁੜੇ ਨੇ, ਜਿਨ੍ਹਾਂ ਦੇ ਕਰਮ ਵੀ ਸੱਚੇ ਸੀ, ਜਿਨ੍ਹਾਂ ਦਾ ਮਨ ਵੀ ਸੱਚਾ ਸੀ, ਚਿੱਤ ਵੀ ਸੱਚੇ ਨਾਲ ਜੁੜਿਆ ਹੈ, ਉਹਨਾਂ ਦੇ ਕਰਮ ਵੀ ਸੱਚੇ ਹਨ। ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਗੁਰੂ ਸਾਹਿਬ ਜੀ ਕਹਿੰਦੇ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੇ। ਸੂਟ ਸਮੂੜੇ ਕਵਣ ਗੁਣੀ। ਮਾਰੇ ਕਹਿੰਦੇ ਫਸਦਾ ਜਾਣਾ ਹੈ ਕਰਮਾਂ ਦੇ ਵਿੱਚ, ਮਾੜੇ ਕਰਮਾਂ ਵਿੱਚ ਫਸੀਆਂ ਜਾ ਰਹੀਆਂ। ਫਸਦਾ ਆਪ ਪਿਆ ਤੇ ਦੋਸ਼ ਦੂਜਿਆਂ ਨੂੰ ਦੇ ਰਿਹਾ ਵੀ ਫਲਾਣੇ ਨੇ ਮੈਨੂੰ ਫਸਾਇਆ ਇਸ ਕਰਮ ਵਿੱਚ। ਫਸਿਆ ਆਪ, ਕਰਮ ਆਪ ਕਰਦਾ ਪਿਆ ਹੈ, ਦੋਸ਼ ਦੂਜੇ ਤੇ ਲਾਉਣਾ ਵੀ ਇਹਨੇ ਮੈਨੂੰ ਫਸਾਇਆ ਹੈ। ਕਰਮਾਂ ਵਿੱਚ ਆਪ ਫਸਦਾ ਪਿਆ। ਸਤਿਗੁਰੂ ਜੀ ਕਹਿੰਦੇ ਕਰਮ ਤੂੰ ਆਪ ਕਰਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਪਤਾ ਹੈ ਵੀ ਜਿਹੜਾ ਕਰਮ ਕਰ ਰਿਹਾ ਚੰਗਾ ਨਹੀਂ ਹੈ ਪਰ ਫੇਰ ਕਰ ਰਿਹਾ ਹੈ। ਪਤਾ ਹੈ ਵੀ ਨਿੰਦਿਆ ਕਰਨੀ ਮਾੜੀ ਪਰ ਫੇਰ ਕਰ ਰਿਹਾ ਹੈ। ਕਿਸੇ ਦਾ ਬੁਰਾ ਚਿਤਵਣਾ ਮਾੜਾ ਪਰ ਫੇਰ ਕਰ ਰਿਹਾ ਹੈ। ਹੰਕਾਰ ਕਰਨਾ ਮਾੜਾ ਪਰ ਫੇਰ ਕਰ ਰਿਹਾ ਹੈ, ਹੰਕਾਰ ਫਿਰ ਕਰ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਮਾੜੇ ਕਰਮ ਜਾਣਦਾ ਹੈ। ਭਾਈ ਸਾਹਿਬ ਜੀ ਕਹਿੰਦੇ ਪਤਾ ਹੈ ਧਾੜਵੀ ਨੂੰ ਪਰ ਛੱਡਦਾ ਨਹੀਂ ਹੈ। ਚੋਰ ਨੂੰ ਪਤਾ ਪਕੜਿਆ ਗਿਆ ਕਿੱਡੀ ਮਾਰ ਪਏਗੀ। ਅਮਲੀ ਨੂੰ ਪਤਾ ਹੈ ਵੀ ਇਹਨੇ ਮੇਰਾ ਨੁਕਸਾਨ ਕਰਨਾ, ਨਸ਼ੇ ਨੇ ਪਰ ਛੱਡਣ ਲਈ ਤਿਆਰ ਨਹੀਂ। ਪਤਾ ਸਭ ਕੁਝ ਹੈ। ਜਿਹੜਾ ਚੋਰੀ ਕਰਦਾ ਹੈ, ਵਿਵਚਾਰ ਕਰਦਾ ਹੈ, ਡਾਕੇ ਮਾਰਦਾ ਹੈ, ਨਸ਼ਾ ਕਰਦਾ ਹੈ, ਉਹਨੂੰ ਪਤਾ ਹੈ ਸਾਰਾ ਕੁਝ। ਨਸ਼ੇ ਕਰਨ ਵਾਲੇ ਨੂੰ ਪਤਾ ਹੈ ਵੀ ਇਹ ਆਦਤ ਮਾੜੀ ਹੈ ਪਰ ਨਹੀਂ ਛੱਡੇਗਾ। ਮਾਰੇ ਕਹਿੰਦੇ ਮਾਰ ਵੇਖੋ ਤਰਾਸ ਦੇਖ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਬੇਸਵਾ ਰਤ ਬ੍ਰਿਥਾ ਭਏ, ਮਨ ਮੈਂ ਨਾ ਸੰਕਾ ਮਨ ਹੈ। ਜੁਆਰੀ ਨਾ ਸਰਬ ਸਹਾਰੇ ਸੇ ਥਕਤ ਹੈ। ਹੁਣ ਜੂਏ ਖੇਡਣ ਵਾਲੀ ਨੂੰ ਵੀ ਪਤਾ ਹੈ ਵੀ ਜਾਂ ਤਾਂ ਹਾਰ ਹੈ ਜਾਂ ਜਿੱਤ ਹੈ। ਇਹ 'ਚ ਹਾਰ ਵੀ ਸਕਦਾ, ਭਾਵੇਂ ਹਾਰ ਜਾਵੇ ਪਰ ਫਿਰ ਨਹੀਂ ਛੱਡਦਾ। ਆਦਤ ਬਣ ਗਈ ਹੈ, ਮਜਬੂਰ ਹੋ ਗਿਆ। ਜੁਆਰੀ ਨਾ ਜਰਬ ਸਰਬ ਸਹਾਰੇ ਸੇ ਥਕਤ ਹੈ। ਮਾਰੇ ਕਹਿੰਦੇ ਅਮਲੀ ਨਾ ਅਮਲ ਤਾਜਤ। ਭਾਈ ਸਾਹਿਬ ਜੀ ਕਹਿੰਦੇ ਅਮਲੀ ਨਸ਼ਾ ਕਰਨ ਵਾਲਾ ਨਸ਼ਾ ਨਹੀਂ ਤਿਆਗਦਾ। ਅਮਲੀ ਨਾ ਅਮਲ ਤਜਤ ਜਿਉ ਤਿਕਾਰ ਕੀਏ, ਦੋਖ ਦੁਖ ਲੋਗ ਬੇਦ ਸੁਨਤ ਸ਼ਕਤ ਹੈ। ਅਦਮ ਅਸਾਦ, ਅਦਮ ਕਹਿੰਦੇ ਨੀਚ, ਮਾੜੇ ਕਰਮ ਕਰਨ ਵਾਲਾ। ਮਾੜੇ ਕਰਮਾਂ ਦੀ ਜਿਹਦੀ ਆਦਤ ਬਹੁਤ ਗੰਦਗੀ ਵਿੱਚ ਰਹਿਣ ਦੀ ਬਣ ਗਈ, ਉਹਨੂੰ ਗੰਦਗੀ ਚੰਗਣ ਲੱਗ ਜਾਂਦੀ, ਉਹਨੂੰ ਉਹੀ ਚੰਗਾ ਲੱਗਣ ਲੱਗ ਜਾਂਦਾ। ਕਈਆਂ ਨੂੰ ਉਹੀ ਚੰਗਾ ਲੱਗਣ ਲੱਗ ਜਾਂਦਾ, ਉਹਦੇ ਨਾਲ ਹੀ ਪਿਆਰ ਪੈ ਜਾਂਦਾ ਹੈ। ਕਈਆਂ ਨੂੰ ਔਗਣਾਂ ਨਾਲ ਪਿਆਰ ਪੈ ਜਾਂਦਾ, ਆਪਣੇ ਔਗਣਾਂ ਨਾਲ ਵੀ ਮੇਰੇ ਵਰਗਾ ਚੋਰ ਕੋਈ ਨਹੀਂ ਹੋ ਸਕਦਾ। ਔਗਣਾਂ ਨਾਲ ਪਿਆਰ ਪੈ ਗਿਆ ਹੈ। ਮੇਰੇ ਵਰਗੇ ਇਹ ਜਿਹੜਾ ਮੇਰੇ ਚੌਗਣੇ ਕਿਸੇ 'ਚ ਨਹੀਂ ਹੋ ਸਕਦਾ, ਔਗਣਾਂ ਨਾਲ ਕਈ ਵਾਰ ਪਿਆਰ ਪੈ ਜਾਂਦਾ ਹੈ। ਮਾਰੇ ਕਹਿੰਦੇ ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰ ਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਾਧ ਸੰਗਤ ਨੂੰ ਨਹੀਂ ਤਿਆਗਦਾ, ਉਹ ਚੰਗੇ ਗੁਣਾਂ ਨੂੰ ਨਹੀਂ ਤਿਆਗਦਾ। ਗੁਰੂ ਦਾ ਸਿੱਖ ਕੀ ਕਰਦਾ ਹੈ? ਕਹਿੰਦੇ ਗੁਣਾਂ ਕਾ ਹੋਵੇ ਵਸ ਲਾ, ਕੱਢ ਵਾਸ ਲਈਜੈ। ਜਿਹੜਾ ਗੁਣਾਂ ਦਾ ਗ੍ਰਾਹਕ ਹੋਏਗਾ ਨਾ, ਉਹ ਇਹ ਨਹੀਂ ਵੇਖੇਗਾ ਵੀ ਡੱਬਾ ਕਿੱਦਾਂ ਦਾ ਹੈ। ਨਹੀਂ ਤੇ ਬਹੁਤੀ ਫਿਤਰਤ ਹੁੰਦੀ ਹੈ ਨਾ, ਅਗਲਾ ਕਹਿੰਦਾ ਵੀ ਇਸ ਦੀ ਸ਼ਕਲ ਕਿੱਦਾਂ ਦੀ ਹੈ, ਇਹਦਾ ਪਹਿਰਾਵਾ ਕਿੱਦਾਂ ਦਾ ਹੈ।
ਪਰ ਜਿਹੜਾ ਗੁਣਾਂ ਦਾ ਗ੍ਰਾਹਕ ਹੁੰਦਾ ਹੈ ਉਹ ਕੀ ਵੇਖਦਾ ਹੈ ਵੀ ਇਹਦੇ ਵਿੱਚ ਗੁਣ ਕੀ ਹਨ। ਗੁਣ ਮਾਰੇ ਕਹਿੰਦੇ ਤੂੰ ਡੱਬੇ ਵੱਲ ਨਾ ਵੇਖ ਵੀ ਡੱਬੇ ਦੀ ਬਣਾਵਟ ਚੰਗੀ ਨਹੀਂ ਹੈ। ਮਾਰੇ ਕਹਿੰਦੇ ਤੂੰ ਉਹਦੇ ਵਿੱਚੋਂ ਸੁਗੰਧੀ ਲੈਣਾ ਕਰ, ਸੁਗੰਧੀ ਖਰੀਦਣਾ ਕਰ। ਜਿਹੜੀਆਂ ਸੁਗੰਧੀਆਂ ਇਤਰ ਉਹਦੇ ਵਿੱਚ ਪਏ ਨੇ ਉਹਨਾਂ ਨੂੰ ਖਰੀਦਣਾ ਕਰ, ਤੂੰ ਉਹਨਾਂ ਨੂੰ ਗ੍ਰਹਿਣ ਕਰਨਾ ਕਰ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਉਸ ਵਾਸ ਨੂੰ ਲੈਣਾ ਕਰ, ਸੁਗੰਧੀ ਨੂੰ ਮੰਨਣਾ ਕਰ। ਸਤਿਗੁਰੂ ਜੀ ਕਹਿੰਦੇ, ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਹੋ ਰਹੀ। ਪਾਤਸ਼ਾਹ ਕਹਿੰਦੇ ਜਾਲੀ ਰਹਿਨ ਜਾਲ ਦਿਨ ਹੁਆ, ਜੇਤੀ ਘੜੀ ਫਾਈ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੰਜ ਅੱਗਾਂ ਬਲ ਰਹੀਆਂ। ਕਾਇਆ ਦੀ ਭੱਠੀ ਦੇ ਵਿੱਚ ਮਨ ਲੋਹਾ ਜਿਹੜਾ ਹੈ ਉਹ ਸੜ ਰਿਹਾ ਹੈ, ਪੰਜ ਅੱਗਾਂ ਬਲ ਰਹੀਆਂ ਨੇ। ਮਾਰੇ ਕਹਿੰਦੇ ਅੱਗ ਪਹਿਲਾਂ ਹੀ ਬਲਦੀ ਹੈ ਤੇ ਬੰਦਾ ਪਾਪ ਕਰ ਰਿਹਾ ਹੈ, ਕੋਲੇ ਪਾ ਰਿਹਾ, ਹੋਰ ਪ੍ਰਚੰਡ ਕਰ ਰਿਹਾ ਹੈ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨਿਹਾ। ਕਈਆਂ ਦਾ ਨਾ ਇਹ ਹਾਲਤ ਬਣ ਜਾਂਦੀ, ਕਹਿੰਦੇ ਜਦੋਂ ਕਿਸਮਤ ਜਾਗੇਗੀ ਉਦੋਂ ਸਾਡੀ ਕਿਸਮਤ ਖੁੱਲੇਗੀ, ਉਦੋਂ ਹੀ ਕੁਝ ਬਣੇਗਾ। ਉਹ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ, ਮਿਹਨਤ ਕਰਨੀ ਨਹੀਂ, ਮਿਹਨਤ ਤਿਆਗ ਦੇਣੀ, ਉਦਮ ਕਰਨਾ ਨਹੀਂ। ਜਿਹੜਾ ਮਾਰੇ ਕਹਿੰਦੇ ਉਦਮ ਕਰੇਂਦਿਆਂ ਜਿਉ ਕਮਾਉਂਦਿਆਂ ਸੁਖ ਪਹੁੰਚੇ। ਕਈ ਕਹਿੰਦੇ ਵੀ ਜਦੋਂ ਕਿਸਮਤ ਹੋਏਗੀ ਉਦੋਂ ਹੀ ਬਾਣੀ ਪੜਾਂਗੇ, ਉਦੋਂ ਹੀ ਸਾਨੂੰ ਜਾਗ ਖੁੱਲੇਗੀ ਅੰਮ੍ਰਿਤ ਵੇਲੇ। ਪਰ ਉਦਮ ਕਰਨਾ ਪਏਗਾ। ਮਾਰੇ ਕਹਿੰਦੇ ਮਾੜੇ ਕਰਮਾਂ ਲਈ ਉਦਮ ਨਹੀਂ ਕਰਨਾ ਪੈਂਦਾ, ਮਾੜੇ ਕਰਮ ਲਈ ਤਾਂ ਮਨ ਆਪ ਜਾਂਦਾ ਹੈ, ਦੌੜਦਾ ਹੈ। ਪਰ ਚੰਗੇ ਪਾਸੇ ਲਾਉਣਾ ਹੋਵੇ ਨਾ, ਸਤਿਗੁਰੂ ਜੀ ਕਹਿੰਦੇ ਇਹਨੂੰ ਪ੍ਰੇਰਨਾ ਪੈਂਦਾ ਹੈ, ਇਹਨੂੰ ਤੋਰਨਾ ਪੈਂਦਾ ਹੈ। ਜਿਵੇਂ ਘੋੜਾ ਹੋਵੇ ਨਾ, ਘੋੜਾ ਬਿਮਾਰ ਪੈ ਜਾਵੇ ਤੇ ਉਹਨੂੰ ਮਸਾਲਾ ਦਿੱਤਾ ਜਾਂਦਾ ਠੀਕ ਦਵਾਈ ਦੇ ਤੌਰ ਤੇ ਵੀ ਇਹ ਠੀਕ ਹੋ ਜਾਵੇ। ਉਹ ਭਾਵੇਂ ਉਹ ਮਸਾਲਾ ਖਾਣਾ ਨਹੀਂ ਚਾਹੁੰਦਾ, ਜਿਹੜਾ ਦੇਣ ਵਾਲਾ ਧੱਕੇ ਦੇ ਨਾਲ ਉਹਦੇ ਮੂੰਹ ਦੇ ਵਿੱਚ ਪਾਉਂਦਾ, ਫਿਰ ਕਿਤੇ ਜਾ ਕੇ ਉਹ ਠੀਕ ਹੁੰਦਾ ਹੈ। ਇਹ ਮਨ ਵੀ ਬਸ ਘੋੜੇ ਦੀ ਤਰ੍ਹਾਂ ਹੈ, ਚੰਗੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਧੱਕੇ ਦੇ ਨਾਲ ਇਹਨੂੰ ਮਨ 'ਚ ਵਸਾਓ, ਗ੍ਰਹਿਣ ਕਰਨਾ ਕਰੋ, ਪ੍ਰੇਰਨਾ ਕਰੋ। ਧੱਕੇ ਨਾਲ ਗੁਰੂ ਦਾ ਨਾਮ ਲੈ ਕੇ ਕਹਿੰਦੇ ਉੱਠਣਾ ਕਰੋ, ਆਰਾਧਨਾ ਕਰੋ, ਜਪਣਾ ਕਰੋ। ਜਦੋਂ ਜਪੋਗੇ, ਆਰਾਧੋਗੇ, ਕਹਿੰਦੇ ਮਨ ਜਿਹੜਾ ਹੈ ਨਾ ਤੰਦਰੁਸਤ ਹੋ ਜਾਏਗਾ, ਗੁਰੂ ਦੀ ਵਿਚਾਰ, ਗੁਰੂ ਦੀ ਮੱਤ ਤੇ ਚੱਲਣ ਲੱਗ ਜਾਏਗਾ। ਪਾਤਸ਼ਾਹ ਕਹਿੰਦੇ ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ ਮਨ ਜਲਿਆ, ਸੰਨੀ ਚਿੰਤ ਪਈ। ਚਿੰਤਾ ਦੀ ਸੰਨੀ, ਚਿੰਤਾ ਵੀ ਬੜਾ ਵੱਡਾ ਰੋਗ ਹੈ। ਚਿੰਤਾ ਦੇ ਵਿੱਚ ਹੋਰ ਮਨ ਨੂੰ ਸਾੜ ਰਿਹਾ। ਸੰਨੀ ਜਿਹੜਾ ਪਾਸਾ ਰਹਿ ਜਾਵੇ ਉਹ ਸੰਨੀ ਦੀ ਸਹਾਇਤਾ ਨਾਲ ਲੋਹੇ ਨੂੰ ਚੱਕ ਕੇ ਸਾੜਿਆ ਜਾਂਦਾ ਹੈ। ਮਾਰੇ ਕਹਿੰਦੇ ਚਿੰਤਾ ਵਿੱਚ ਪਿਆ ਹੋਇਆ ਹੋਰ ਮਨ ਨੂੰ ਸਾੜਦਾ ਪਿਆ ਹੈ। ਹਾਲਤ ਇੱਦਾਂ ਦੀ ਹੋ ਗਈ, ਮਨੂਰ ਬਣ ਗਿਆ ਹੈ, ਕਿਸੇ ਕੰਮ ਦਾ ਨਹੀਂ ਰਿਹਾ। ਲੋਕ ਕਹਿੰਦੇ ਤਾਂ ਪਾਪੀ ਹੈ, ਇਹਦਾ ਭਲਾ ਨਹੀਂ ਹੋ ਸਕਦਾ, ਇਹਦਾ ਕਿਤੇ ਪਾਰ ਉਤਾਰਾ ਨਹੀਂ ਹੋ ਸਕਦਾ, ਤਾਂ ਐਡਾ ਵੱਡਾ ਪਾਪੀ ਹੈ। ਪਰ ਜੇ ਜਿਨ੍ਹਾਂ ਦੀ ਗੱਲ ਗੁਰਬਾਣੀ ਵਿੱਚ ਆਈ ਹੈ, ਮਹਾਰਾਜ ਨੇ ਉਦਾਹਰਨ ਦਿੱਤੀ ਹੈ, ਉਹਨਾਂ ਦੀ ਇੱਕ ਗੱਲ ਸੀ, ਪਾਪ ਪਹਿਲਾਂ ਭਾਵੇਂ ਜਿੰਨੇ ਮਰਜ਼ੀ ਕੀਤੇ, ਮਾੜੇ ਕਰਮ ਕੀਤੇ, ਪਰ ਜਦੋਂ ਨਾਮ ਵਾਲੇ ਪਾਸੇ ਤੁਰੇ ਫਿਰ ਪਾਪਾਂ ਵੱਲ ਮੂੰਹ ਨਹੀਂ ਕੀਤਾ ਹੈ। ਸਾਡੀ ਹਾਲਤ ਕੀ ਹੈ? ਪਾਪ ਕੀਤਾ,
ਸ਼ਾਮਾਂ ਨੂੰ ਭੁੱਲ ਬਖਸ਼ਾਈ ਤੇ ਅਗਲੇ ਦਿਨ ਫੇਰ ਪਾਪ ਵਿੱਚ ਜੁੜ ਗਿਆ। ਅਗਲੇ ਦਿਨ ਫੇਰ ਮਨ ਜੁੜ ਗਿਆ ਪਾਪਾਂ ਦੇ ਵਿੱਚ, ਤੇ ਉਹ ਸੀ ਵੀ ਵਸਤਰ ਧੋਤਾ ਫੇਰ ਮੈਲਾ ਕਰ ਲਿਆ, ਫੇਰ ਗੰਦਗੀ ਵਿੱਚ ਲਿਟ ਗਿਆ ਹੈ। ਫੇਰ ਉੱਠਾ, ਫੇਰ ਨਹਾਤਾ ਤੇ ਫੇਰ ਗੰਦਗੀ ਵਿੱਚ ਲਿਟ ਗਿਆ ਹੈ। ਮਹਾਰਾਜ ਕਹਿੰਦੇ ਫਿਰ ਉਹ ਮਲੀਨ ਹੀ ਰਹੇਗਾ, ਫਿਰ ਗੱਲ ਨਹੀਂ ਬਣ ਸਕਦੀ। ਸਤਿਗੁਰੂ ਜੀ ਕਹਿੰਦੇ ਮਨੂਰ ਤੋਂ ਸੋਨਾ ਉਦੋਂ ਹੋਏਗਾ ਜਦੋਂ ਗੁਰੂ ਦੀ ਮੱਤ ਤੇ ਚੱਲਣ ਲੱਗ ਜਾਏਗਾ, ਫਿਰ ਆਪਣੀ ਮੱਤ ਨਹੀਂ ਵਰਤੇਗਾ। ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ, ਭਟਕਦਾ ਮਨ ਟਿਕ ਜਾਏਗਾ। ਸਾਹਿਬ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਸਾਰੇ ਹੀ ਰੋਗ ਉਹਨੂੰ ਵਿਆਪਦੇ ਨੇ ਜਿਹਨੇ ਪਰਮੇਸ਼ਰ ਦੀ ਯਾਦ ਨੂੰ ਵਿਸਾਰ ਦਿੱਤਾ। ਉਹ ਰੋਗੀ ਹੈ, ਅਸਲ ਵਿੱਚ ਉਹ ਰੋਗੀ ਹੈ, ਭਾਵੇਂ ਬਾਹਰੋਂ ਜਿੰਨਾ ਮਰਜ਼ੀ ਤੰਦਰੁਸਤ ਹੋਵੇ ਵੇਖਣ ਨੂੰ, ਪਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਰੋਗੀ ਹੋਇਆ ਪਿਆ, ਚਿੰਤਾ ਵਿੱਚ ਜਕੜਿਆ ਪਿਆ ਹੈ। ਉਹਨੂੰ ਇੱਕ ਘੜੀ ਦਾ ਵੀ ਚੈਨ ਨਹੀਂ ਹੈ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਹੜੇ ਮਾਲਕ ਤੋਂ ਰਾਮ, ਰਮੇ ਹੋਏ ਰਾਮ ਤੋਂ ਵੇਮੁਖ ਹੋ ਗਏ ਹਨ, ਮਾਰੇ ਕਹਿੰਦੇ ਜਨਮਾਂ ਜਨਮਾਂ ਦੇ ਵਿਜੋਗ ਵਿਛੋੜੇ ਉਹਨਾਂ ਦੇ ਪੈ ਜਾਂਦੇ। ਜਿਹੜੀ ਨਦੀ ਦਾ ਪਾਣੀ ਕਿਸੇ ਛੱਪੜ ਵਿੱਚ ਪੈ ਗਿਆ, ਹੁਣ ਛੱਪੜ ਦੇ ਪਾਣੀ ਤੇ ਨਦੀ ਦੇ ਵਹਿੰਦੇ ਪਾਣੀ ਦੀ ਹਾਲਤ ਬੜਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੇ ਮੂਲ ਨਾਲੋਂ ਵਿਛੜ ਗਿਆ ਨਾ, ਭਾਈ ਨੰਦ ਲਾਲ ਜੀ ਕਹਿੰਦੇ ਮੌਜ਼ੋਂ ਦਰਿਆ ਗਰਚੇ ਦਰਮਾਇਨੀ ਜਕੇਸਤ, ਬਾਜ਼ ਅੰਦਰ ਈਨੋ ਆ ਫਰਕੇ ਬਸੇਸਤ, ਮਨ ਯੱਕੇ ਮੌਜ਼ਮ ਤੂੰ ਬਹਿਰੇ ਬੇਕਿਰਾ, ਫਰਕ ਬਾਸਤ ਆ ਜ਼ਮੀਨੋ ਆਸਮਾਨ। ਜਿਹੜਾ ਵਿਛੜ ਗਿਆ ਹੈ ਉਹ ਦੁਖੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਖਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਰਹਿ ਵਿਛੋਹਾ ਧਣੀ ਸਿਉ, ਨਾਨਕ ਸਹਸੈ ਗੰਠ। ਹਜ਼ਾਰਾਂ ਚਿੰਤਾ ਝੋਰੇ ਪੈਦਾ ਹੋ ਜਾਂਦੇ ਨੇ ਜੇ ਵਿਛੋੜਾ ਪੈ ਗਿਆ ਹੈ। ਜਿਵੇਂ ਅੱਕ ਨਾਲ ਲੱਗੀਆਂ ਅੱਕ ਦੀਆਂ ਅੰਬ ਖੜੀਆਂ, ਉਹ ਸੋਹਣੀਆਂ ਲੱਗਦੀਆਂ ਪਰ ਜਦੋਂ ਟੁੱਟ ਗਈਆਂ ਬੜੀਆਂ ਭੈੜੀਆਂ ਲੱਗਣ ਲੱਗ ਗਈਆਂ, ਮਾੜੀਆਂ ਲੱਗਣ ਲੱਗ ਗਈਆਂ ਨੇ। ਮਾਰੇ ਕਹਿੰਦੇ ਰੱਬ ਤੋਂ ਵਿਛੜਿਆ ਹੋਇਆਂ ਦੀ ਹਾਲਤ ਵੀ ਇਹੀ ਹੈ। ਖਿਨ ਮੈਂ ਹੋ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਇੱਕ ਖਿਨ ਵਿੱਚ ਕੋੜੇ ਹੋ ਗਏ ਨੇ, ਉਹਨੂੰ ਸਾਰੇ ਮਾਇਆ ਦੇ ਭੋਗ ਪਦਾਰਥ ਕੋੜੇ ਲੱਗਣ ਲੱਗ ਗਏ ਨੇ। ਤਨ ਤੇ ਰੋਗ ਆ ਜੇ, ਬਿਮਾਰ ਹੋ ਜੇ, ਉਹਦੇ ਲਈ ਬਾਕੀ ਹਾਸੇ ਖੇਡ ਸੁੱਖ ਆਰਾਮ ਦੇ ਸਾਧਨ ਕਿਸੇ ਅਰਥ ਨਹੀਂ, ਉਹਨੂੰ ਕੋੜੇ ਹੀ ਲੱਗਦੇ। ਉਹਨੂੰ ਤਾਂ ਭੋਜਨ ਖਾਧਾ ਹੋਇਆ ਭੋਜਨ ਵੀ ਕੋੜਾ ਲੱਗਦਾ ਹੈ। ਜਿਹੜਾ ਬਿਮਾਰ ਹੋ ਜਾਵੇਗਾ ਉਹਨੂੰ ਖਾਧਾ ਹੋਇਆ ਭੋਜਨ ਵੀ ਚੰਗਾ ਨਹੀਂ ਲੱਗਦਾ। ਮਾਰੇ ਕਹਿੰਦੇ ਸਾਰੇ ਕੋੜੇ ਹੋ ਗਏ, ਜਿਹਨੇ ਮਾਲਕ ਨੂੰ ਵਿਸਾਰ ਦਿੱਤਾ ਹੈ ਉਹਦੇ ਲਈ ਇਹ ਐਸੋ ਆਰਾਮ ਦੇ ਸਾਧਨ ਕਿਸੇ ਅਰਥ ਨਹੀਂ। ਜਿਹਨੇ ਪਰਮੇਸ਼ਰ ਨੂੰ ਵਿਸਾਰਿਆ ਹੈ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਵਿੱਚ ਨਾ ਕੋਈ ਵਿਚੋਲਾਪਨ ਨਹੀਂ ਵਿੱਚ ਪੈਂਦਾ। ਫਿਰ ਜਦੋਂ ਰੱਬ ਦੀ ਯਾਦ ਤੋਂ ਵਿਸਰ ਜਾਵੇ ਨਾ, ਭੁਲਾ ਦੇਵੇ ਰੱਬ ਦੀ ਯਾਦ ਨੂੰ, ਮਾਰੇ ਕਹਿੰਦੇ ਕੋਈ ਵਿਚੋਲਾ ਨਹੀਂ ਬਣਦਾ। ਇੱਕੋ ਇੱਕ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਜੇ ਕੋਈ ਵਿਛੜੇ ਨੂੰ ਮਿਲਾ ਦੇਵੇ, ਮਾਰੇ ਕਹਿੰਦੇ ਉਹਨੂੰ ਆਪਣਾ ਆਪ ਭਾਵ ਸਮਰਪਣ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਪਰ ਜਿਹੜਾ ਵਿਛੜ ਗਿਆ ਹੈ ਫਿਰ ਉਹਨੂੰ ਮਿਲਾਉਣ ਵਾਲਾ ਕੋਈ ਨਹੀਂ ਹੈ। ਜਿੰਨੇ ਮਰਜ਼ੀ ਨਾ ਧਨ ਪਦਾਰਥ ਮਿਲਾ ਸਕਦੇ, ਨਾ ਉਹਦਾ ਮਿਲਾ ਸਕਦਾ ਹੈ। ਬੜੇ ਯਤਨ ਕਰਨ ਵਾਲੇ ਹੋਏ ਨੇ,
ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਫਿਰ ਕੀਤਾ ਹੋਇਆ ਨਹੀਂ ਕੁਝ ਬਣਦਾ। ਫਿਰ ਤਾਂ ਮਾਰੇ ਕਹਿੰਦੇ ਸਿਰੋਂ ਪਾਣੀ ਲੰਘ ਜੇ, ਫਿਰ ਨਹੀਂ ਗੱਲ ਬਣਦੀ। ਵੀ ਹੁਣ ਪਹਿਲਾਂ ਬੇੜਾ ਬੰਨਿਆ ਨਹੀਂ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਪਹਿਲਾਂ ਤਾਂ ਗਾਫਲਾਂ ਦੀ ਨੀਂਦ ਵਿੱਚ ਸੁੱਤਾ ਰਿਹਾ ਤੂੰ, ਪਰ ਹੁਣ ਪਛਤਾਉਣਾ ਹੈ। ਜਦੋਂ ਮਾੜਾ ਵਕਤ ਔਖਾ ਸਮਾਂ ਆ ਗਿਆ, ਘਰ ਨੂੰ ਅੱਗ ਲੱਗੀ, ਹੁਣ ਖੂਹ ਪੁੱਟਦਾ ਫਿਰਦਾ ਹੈ। ਸਤਿਗੁਰੂ ਜੀ ਕਹਿੰਦੇ ਫਿਰ ਪਛਤਾਵਾ ਹੀ ਪੱਲੇ ਪੈਂਦਾ ਹੈ। ਜੋ ਪਹਿਲਾਂ ਲਿਖਿਆ, ਜੋ ਕਮਾਇਆ ਹੈ, ਉਹ ਭੁਗਤਣਾ ਪਏਗਾ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡਿਆਂ ਭਾਗਾਂ ਵਾਲੇ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਵਿਯੋਗ, ਸਾਰੇ ਵਿਛੋੜੇ, ਸਾਰੇ ਰੋਗ ਉਹਦੇ ਖਤਮ ਹੋ ਜਾਂਦੇ ਨੇ ਜਿਹਨੂੰ ਗੁਰੂ ਮਿਲ ਗਿਆ ਹੈ। ਫਿਰ ਮਾਰੇ ਕਹਿੰਦੇ ਕੱਚੋ ਕੰਚਨ ਪਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ। ਲੋਹ ਹੋਇਓ ਲਾਲ ਨਦਰ, ਸਤਿਗੁਰ ਜਦ ਧਾਰੈ, ਪਾਹਣ ਮਾਨ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕੀਮਤ ਪੈ ਜਾਏਗੀ, ਕਦਰ ਪਏਗੀ। ਮਾਰੇ ਕਹਿੰਦੇ ਜੀਵਨ ਬਦਲ ਜਾਏਗਾ। ਲੋਹੇ ਤੋਂ ਲਾਲ ਭਾਵ ਕੀਮਤ ਪੈ ਜਾਏਗੀ ਜੀਵਨ ਦੀ। ਜਿਉਣ ਦਾ ਢੰਗ ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਗੁਰੂ ਨੂੰ ਮਿਲ ਕੇ ਜੀਵਨ ਦੀ ਜਾਚ ਸਿੱਖਣਾ ਕਰ। ਜਿੱਦਣ ਜਿਉਣਾ ਆ ਗਿਆ ਨਾ ਮਾਰੇ ਕਹਿੰਦੇ, ਫਿਰ ਉਦਣ ਦੁਖੀ ਨਹੀਂ ਹੋਏਗਾ। ਅਜੇ ਤੈਨੂੰ ਤੁਰਨਾ ਹੀ ਨਹੀਂ ਆਇਆ, ਤੂੰ ਤਾਂ ਠੇਡੇ ਖਾਨਾ ਫਿਰਦਾ ਹੈ, ਤੂੰ ਤਾਂ ਡਿੱਗਦਾ ਫਿਰਦਾ, ਤੈਨੂੰ ਅਜੇ ਚੱਲਣਾ ਨਹੀਂ ਆਇਆ। ਤੂੰ ਗੁਰੂ ਦੇ ਨਾਲ ਮਿਲ ਕੇ ਚੱਲਣਾ ਕਰ, ਗੁਰੂ ਤੋਂ ਸਿੱਖਣਾ ਕਰ ਵੀ ਚੱਲਣਾ ਕਿੱਦਾਂ ਹੈ। ਮਾਰੇ ਕਹਿੰਦੇ ਫਿਰ ਇਹ ਠੇਡੇ ਨਹੀਂ ਖਾਏਗਾ, ਫਿਰ ਦੁਖੀ ਨਹੀਂ ਹੋਏਗਾ। ਸਤਿਗੁਰੂ ਜੀ ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਐ ਮੇਰੇ ਮਾਲਕ ਜੀ, ਉਸ ਮਾਲਕ ਅੱਗੇ ਅਰਦਾਸ ਕਰੀਏ ਕਿ ਕਿਰਪਾ ਕਰਕੇ ਰੱਖਣਾ ਕਰੋ। ਅਸੀਂ ਤਾਂ ਭਟਕਦੇ ਫਿਰਦੇ ਹਾਂ। ਬੰਧਨਾਂ ਦੀ ਖਲਾਸੀ ਕਰਨ ਵਾਲੇ ਸਤਿਗੁਰੂ ਜੀ ਕਿਰਪਾ ਕਰੋ। ਐ ਮਾਲਕ ਜੀ, ਆਪਣੇ ਚਰਨਾਂ ਨਾਲ ਜੋੜਨਾ ਕਰੋ। ਵਿਕਾਰਾਂ ਦੇ ਬੰਧਨਾਂ ਨੂੰ ਤੋੜਨਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਕੱਤਕ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਕਿਰਪਾ ਕਰਦੇ ਭਾਈ, ਜਿਹਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ ਹੈ ਨਾ, ਉਹਦੇ ਸਾਰੀਆਂ ਸੋਚਾਂ ਮਿਟ ਜਾਂਦੀਆਂ ਨੇ, ਸਾਰੇ ਚਿੰਤਾ ਝੋਰੇ ਮਿਟ ਜਾਂਦੇ ਨੇ। ਉਹਨੂੰ ਫਿਰ ਇਹ ਨਹੀਂ ਸੋਚਣਾ ਪੈਂਦਾ ਕੀ ਕਰਨਾ ਹੈ। ਮਾਰੇ ਕਹਿੰਦੇ ਅਚਿੰਤ ਕੰਮ ਕਰੈ ਪ੍ਰਭ ਤਿਨ ਕੇ। ਫਿਰ ਅਚਿੰਤ ਕੰਮ ਜਿਹੜੇ ਚੇਤੇ ਵੀ ਨਹੀਂ ਹੁੰਦੇ, ਯਾਦ ਵੀ ਨਹੀਂ ਹੁੰਦੇ, ਫਿਰ ਮਾਲਕ ਉਹਨਾਂ ਦੇ ਉਹ ਕਾਰਜ ਸਵਾਰ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਮਿਲ ਜਾਂਦੇ ਨੇ, ਜੁੜਦੇ ਨੇ, ਮਾਲਕ ਉਹਨਾਂ ਦੇ ਅੰਗ ਸੰਗ ਸਹਾਈ ਹੁੰਦਾ ਹੈ। ਸਾਹਿਬ ਜੀ ਕਹਿੰਦੇ ਵਾਲ ਨਾ ਵਿੰਗਾ ਹੋਆ, ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਕੱਤਕ ਦੇ ਮਹੀਨੇ ਦੁਆਰਾ ਗੁਰੂ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੋ ਅਸੀਂ ਕਰਮ ਕਰਦੇ ਹਾਂ ਉਹ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਚੰਗੇ ਦਾ ਚੰਗਾ, ਮਾੜੇ ਦਾ ਮਾੜਾ ਨਤੀਜਾ।
ਜਿਵੇਂ ਇੱਕ ਉਦਾਹਰਨ ਦੇ ਕੇ ਕਹਿਣਾ, ਕਿਸੇ ਨੇ ਤਲਾਅ ਲਾਇਆ, ਬੜਾ ਸੋਹਣਾ ਤਲਾਅ ਲਾਇਆ। ਲੋਕਾਂ ਨੇ, ਨਗਰ ਵਾਲਿਆਂ ਨੇ, ਪਿੰਡਾਂ ਵਾਲਿਆਂ ਨੇ ਉਸ ਸ਼ਾਹੂਕਾਰ ਦੀ, ਉਸ ਸੇਠ ਦੀ ਬੜੀ ਉਪਮਾ ਕਿਰਨਾ ਕੀਤੀ ਤੇ ਕਹਿਣ ਲੱਗੇ ਕਿਤੇ ਗਾਂ ਆ ਕੇ ਨਾ, ਪਸ਼ੂ ਆ ਕੇ ਉਹਦੇ ਤਲਾਅ 'ਚ ਵੜ ਗਏ। ਉਹ ਤਲਾਅ 'ਚ ਜਦੋਂ ਆ ਕੇ ਵੜੇ ਤੇ ਕਹਿੰਦੇ ਉਹਨੇ ਇੱਕ ਸੋਟਾ ਉਸ ਗਾਂ ਦੇ ਮਾਰਨਾ ਕੀਤਾ ਤੇ ਗਾਂ ਥਾਂ ਤੇ ਹੀ ਮਰ ਗਈ। ਨਗਰ ਵਾਲਿਆਂ ਨੇ ਬੜਾ ਕਿਹਾ ਵੀ ਬੜਾ ਮਾੜਾ ਕੀਤਾ। ਉਹ ਕਹਿੰਦੇ ਇਹ ਤਾਂ ਕਰਮ ਸੀ ਇਸ ਗਾਂ ਦੇ, ਇਹ ਤਾਂ ਗਾਂ ਦਾ ਕਰਮ ਸੀ ਵੀ ਗਾਂ ਨੂੰ ਇਹ ਭੁਗਤਣਾ ਪਿਆ, ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ। ਤੇ ਜਦੋਂ ਕਹਿੰਦੇ ਤਲਾਅ ਦੀ ਗੱਲ ਆਈ ਤੇ ਤਲਾਅ ਕਹਿੰਦੇ ਫਿਰ ਕਿਹਨੇ ਲਾਇਆ? ਕਹਿੰਦੇ ਇਹ ਕਰਮ ਮੇਰੇ ਹਨ। ਤਲਾਅ ਬਾਰੇ ਆਪਣੇ ਕਰਮ ਦੱਸਦਾ, ਪਰ ਜਿਹੜਾ ਸੋਟਾ ਮਾਰਿਆ, ਗਾਂ ਮਰੀ, ਉਹ ਕਹਿੰਦੇ ਗਾਂ ਦਾ ਦੋਸ਼ ਹੈ। ਚੰਗਾ ਕਰਮ ਉਹ ਆਪਣੇ, ਪਰ ਮਾੜਾ ਕਰਮ ਹੋਵੇ ਉਹ ਕਿਸੇ ਤੇ ਥੋਪ ਦਿੰਦਾ ਹੈ। ਤੇ ਜਿਵੇਂ ਰਾਜਾ, ਇੱਕ ਪਠਾਨ, ਇੱਕ ਨਵਾਬ ਸੀ, ਲੜਕਾ ਬਿਮਾਰ ਹੋ ਗਿਆ ਉਹਦਾ, ਤੇ ਲੜਕਾ ਬਿਮਾਰ ਹੋ ਗਿਆ ਤੇ ਕਹਿੰਦੇ ਉਹਨੇ ਸੁਖਿਆ ਵੀ ਮੈਂ ਇੰਨੇ ਪਸ਼ੂਆਂ ਦੀ ਬਲੀ ਦੇਵਾਂਗਾ। ਮਹਾਂਪੁਰਖ ਹੋਏ ਬਾਬਾ ਜਗਤਾ ਜੀ, ਉਹ ਕਹਿੰਦੇ ਐ ਨਵਾਬ, ਜੇ ਕੱਪੜੇ ਤੇ ਨਾ ਖੂਨ ਦੇ ਧੱਬੇ ਲੱਗ ਜਾਣ, ਕੀ ਉਹਨੂੰ ਖੂਨ ਦੇ ਨਾਲ ਧੋਏਗਾ? ਕਹਿੰਦੇ ਖੂਨ ਦੇ ਨਾਲ ਧੋਵਾਂਗੇ ਤੇ ਹੋਰ ਮੈਲਾ ਹੋ ਜਾਏਗਾ, ਹੋਰ ਖੂਨ ਲੱਗ ਜਾਏਗਾ। ਕਹਿੰਦੇ ਤੂੰ ਦੱਬੇ ਧੋਣਾ ਚਾਹੁੰਦਾ ਹੈ ਤੇ ਚੰਗੇ ਕਰਮ ਕਰ, ਉਹਨਾਂ ਬੇਜਵਾਨਾਂ ਨੂੰ ਪਾਲਣਾ ਕਰ, ਪਰ ਉਹਨਾਂ ਦੀ ਹੱਤਿਆ ਕਰਕੇ ਹੋਰ ਪਾਪ ਨਾ ਚੜਾ। ਕਈ ਵਾਰ ਬੰਦਾ ਚੰਗਾ ਕਰਨ ਦੀ ਥਾਂ ਹੋਰ ਪਾਪ ਚੜਾ ਲੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜੋ ਕਰਮ ਕਰੇਗਾ ਉਹਦਾ ਫਲ ਤੈਨੂੰ ਭੁਗਤਣਾ ਪਏਗਾ। ਸਤਿਗੁਰ ਜੀ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਇਸ ਅਸਥਾਨ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਤਿੰਨੇ ਜਥੇ ਹੁਣ ਗੁਰਬਾਣੀ ਕੀਰਤਨ ਦੇ ਨਾਲ